ਅਜਿਹਾ ਫਾਰਮੂਲਾ ਵੈਦ ਹਰਸ਼ਵੀਰ ਸਿੰਘ ਤੁਹਾਡੇ ਨਾਲ ਅੱਜ ਸਾਂਝਾ ਕਰਨ ਜਾ ਰਹੇ ਨੇ ਜੋ ਤੁਹਾਨੂੰ ਕਦੇ ਵੀ ਤੁਹਾਡੇ ਪਾਰਟਨਰ ਦੇ ਸਾਹਮਣੇ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਸ਼ਰਮਿੰਦਗੀ ਹੈ ਜਿਹੜੀ ਉਹ ਮਹਿਸੂਸ ਨਹੀਂ ਹੁੰਦੇਗਾ। ਐਵਰੀ ਨਾਈਟ ਆਪਾਂ ਨੂੰ ਕੋਈ ਨਾ ਕੋਈ ਬਹਾਨਾ ਲਾਉਣਾ ਪੈਂਦਾ, ਕੁਝ ਕਰਨਾ ਪੈਂਦਾ, ਉਹਨਾਂ ਚੀਜ਼ਾਂ ਨੂੰ ਆਪਾਂ ਓਵਰਕਮ ਕਰ ਸਕਦੇ ਹਾਂ। ਸ਼ੂਗਰ ਵਾਲੇ ਰੋਗੀ ਵੀ ਸਾਡੇ ਤੋਂ ਕਈ ਇੱਦਾਂ ਦੇ ਆਏ ਨੇ ਜਿਹੜੇ ਅੱਜ ਬਿਲਕੁਲ 100% ਤੰਦਰੁਸਤ ਨੇ ਤੇ ਆਪਣੇ ਪਾਰਟਨਰ ਦੀਆਂ ਅੱਖਾਂ 'ਚ ਅੱਖਾਂ ਮਿਲਾ ਕੇ ਤੇ ਉਹਨਾਂ ਨੂੰ ਫੇਸ ਕਰਦੇ ਨੇ, ਕਿਸੇ ਤਰ੍ਹਾਂ ਦੀ ਕੋਈ ਸ਼ਰਮਿੰਦਗੀ ਨਹੀਂ ਫੇਸ ਕਰਦੇ। ਆਯੁਰਵੇਦ ਇੰਨਾ ਸਮਰੱਥ ਹੈਗਾ, ਉਹਦੇ ਵਿੱਚ ਇੰਨੀਆਂ ਵਧੀਆ ਜੜੀ ਬੂਟੀਆਂ ਹੈਗੀਆਂ ਨੇ। ਜਿਹੜੀ ਕਮਜ਼ੋਰੀ ਤੁਹਾਨੂੰ ਗ੍ਰਸਤ ਕਮਜ਼ੋਰੀ ਆਈ ਸ਼ੂਗਰ ਕਰਕੇ, ਉਹ ਇੱਕ ਕੋਰਸ ਨਾਲ ਬਿਲਕੁਲ ਠੀਕ ਹੋ ਸਕਦੀ ਹੈ। ਅਲਕੋਹਲ ਦਾ ਜਿਹੜਾ ਸੇਵਨ ਹੈ ਉਹ ਜਿਹੜਾ ਅਸੀਂ ਕਹਿ ਲਈਏ ਕਿ ਸਰੀਰਕ ਤਾਕਤ ਦੇ ਉੱਤੇ ਅਸਰ ਪਾਉਂਦਾ ਹੈ। ਬਿਲਕੁਲ ਜੀ, ਬਿਲਕੁਲ ਪਾਉਂਦਾ ਜੀ। ਦੇਖੋ ਜਿਹੜਾ ਸ਼ੂਗਰ ਰੋਗੀ ਹੈ ਉਹਦੀ ਸ਼ੂਗਰ ਵੱਧ ਜਾਣੀ ਹੈ ਅਲਕੋਹਲ ਨਾਲ। ਜੇ ਪੈਗ ਪਿਆਲਾ ਲਾਏਗਾ ਨਾਲ ਮਾੜਾ ਮੋਟਾ ਉੱਪਰ ਥੱਲੇ ਖਾਏਗਾ ਵੀ, ਚੰਗੀਆਂ ਮਾੜੀਆਂ ਚੀਜ਼ਾਂ ਖਾਏਗਾ ਵੀ, ਫਰਾਈਡ ਚੀਜ਼ਾਂ ਵੀ ਖਾਏਗਾ ਨਾਲ। ਤੇ ਜੀ ਫਿਰ ਇੱਕ ਹੋਰ ਬੜਾ ਇੱਥੇ ਸਵਾਲ, ਇਹ ਅਕਸਰ ਜਿਹੜੇ ਸ਼ੂਗਰ ਪੇਸ਼ੈਂਟ ਹੁੰਦੇ ਨੇ ਉਹਨਾਂ ਦੇ ਮਨ ਦੇ ਵਿੱਚ ਇਹ ਜਾਂਦਾ ਹੈ ਕਿ ਜੀ ਸਾਨੂੰ ਹੁੰਦਾ ਕਿ ਅਸੀਂ ਦਵਾਈ ਕਈ ਵਾਰ ਲੈ ਲੈਂਦੇ ਵੀ ਜਦੋਂ ਤੱਕ ਤਾਂ ਦਵਾਈ ਕਿਸੇ ਵੈਦ ਤੋਂ ਹਕੀਮ ਤੋਂ ਖਾਂਦੇ ਨੇ ਉਦੋਂ ਤੱਕ ਤਾਂ ਠੀਕ ਰਹਿੰਦੇ ਨੇ, ਉਹ ਜਿਵੇਂ ਹੀ ਦਵਾਈ ਛੱਡੀ ਤੇ ਫਿਰ ਜਿਹੜਾ ਮਾਮਲਾ ਸ਼ਰਮਿੰਦਗੀ ਵਾਲੇ ਪਾਸੇ ਨੂੰ ਜਾਣਾ ਸ਼ੁਰੂ ਹੋ ਜਾਂਦਾ। ਦੇਖੋ ਫਰੂਕੀ ਸਾਹਿਬ, ਇਹ ਤੁਸੀਂ ਬੜਾ ਇੱਕ ਵਧੀਆ ਵੈਲਿਡ ਪੁਆਇੰਟ ਰੇਜ਼ ਕੀਤਾ। ਇਹਦੇ ਵਿੱਚ ਬਹੁਤ ਸਾਰੇ ਪੇਸ਼ੈਂਟ ਮੇਰੇ ਤੋਂ ਇੱਦਾਂ ਦੇ ਆਏ ਨੇ ਜਿਨ੍ਹਾਂ ਨੇ ਮੈਨੂੰ ਇਹ ਗੱਲਾਂ ਕਹੀਆਂ ਆ ਕੇ ਵੀ ਅਸੀਂ ਫਲਾਣੇ ਵੈਦ ਕੋ ਫਲਾਣੇ ਹਕੀਮ ਕੋ ਗਏ, ਉਹਨੇ ਸਾਨੂੰ ਪਹਿਲਾਂ ਬੜੀਆਂ ਵੱਡੇ ਸਬਜ਼ ਬਾਗ ਦਿਖਾਏ, ਗੱਲਾਂ ਬੜੀਆਂ ਵਧੀਆ ਲੁਭਾਵਣੀਆਂ ਕੀਤੀਆਂ, ਐਂਡ ਉਸ ਤੋਂ ਬਾਅਦ ਜਦੋਂ ਆਪਾਂ ਟਰੀਟਮੈਂਟ ਕਰਾ ਲਿਆ ਅਸੀਂ ਕੁਛ ਦੇਰ ਲਈ ਇਹ ਵੀ ਫੀਲ ਕੀਤਾ ਵੀ ਅਸੀਂ ਠੀਕ ਹੋ ਗਏ ਹਾਂ। ਜਦੋਂ ਆਪਾਂ ਟਰੀਟਮੈਂਟ ਛੱਡਿਆ ਫਿਰ ਜਿਹੜੀ ਕੰਡੀਸ਼ਨ ਉੱਦਾਂ ਦੀ ਉੱਦਾਂ ਹੀ ਰਹਿ ਗਈ, ਸਭ ਕੁਝ ਸੇਮ ਟੂ ਸੇਮ ਹੀ ਰਹਿ ਗਿਆ। ਸੋ ਇਹ ਜਿਹੜੀਆਂ ਚੀਜ਼ਾਂ ਨੇ, ਇਹ ਕਿਹੜਾ ਨੁਸਖਾ ਹੈ ਫਿਰ ਜਿਹੜਾ ਤੁਸੀਂ ਪਿਛਲੀ ਵਾਰ ਵੀ ਕਿਹਾ ਸੀ ਕਿ ਚਾਹੇ ਸ਼ੂਗਰ ਦਾ ਰੋਗ ਹੋਵੇ ਜਾਂ ਫਿਰ ਕੋਈ ਹੋਰ ਸਰੀਰਕ ਬਿਮਾਰੀਆਂ ਨਾਲ ਪੈਦਾ ਹੋਈ ਕਮਜ਼ੋਰੀ ਹੈ ਜਿਹੜੀ ਉਸ ਨੂੰ ਚੁਟਕੀ ਵਾਂਗੂ ਤਾਂ ਅਸੀਂ ਨਹੀਂ ਕਹਿ ਸਕਦੇ ਕਿਉਂਕਿ ਅੱਜ ਕੱਲ੍ਹ ਚੁਟਕੀ ਵਾਲਾ ਮਾਹੌਲ ਚੱਲਿਆ, ਕਿੰਨੀ ਕੁ ਦੇਰ ਫਿਰ ਜਿਹੜਾ ਉਹ ਫਾਰਮੂਲਾ ਹੈ, ਕੀ ਫਾਰਮੂਲਾ ਔਰ ਕਿੰਨੇ ਟਾਈਮ 'ਚ ਕੰਮ ਕਰਨਾ ਸ਼ੁਰੂ ਕਰਦਾ? ਦੇਖੋ ਜੀ, ਫਾਰਮੂਲਾ ਤਾਂ ਬਹੁਤ ਵਧੀਆ ਹੈਗਾ, ਸਾਡੇ ਤੋਂ ਯੂਨੀਕ ਫਾਰਮੂਲਾ ਹੈਗਾ ਜਿਹਦੀ ਕਿ ਕੰਪੋਜੀਸ਼ਨ ਤੁਸੀਂ ਸੋਚ ਵੀ ਨਹੀਂ ਸਕਦੇ ਵੀ ਕਿੰਨੇ ਬੈਨੀਫਿਟ ਲਾ ਸਕਦੇ। ਜਿਹਨੂੰ ਆਪਾਂ ਕਹਿ ਦਿੰਦਾ ਬੰਦਾ ਬਿਲਕੁਲ ਜਿਹੜਾ ਡੈੱਡ ਹੋਇਆ ਹੁੰਦਾ, ਸ਼ੂਗਰ ਕਰਕੇ ਹੋਇਆ ਇਹ, ਬਚਪਨ ਵਿੱਚ ਕੀਤੀ ਹੱਥ ਰੱਸੀ ਕਰਕੇ ਹੋਇਆ ਇਹ, ਜਾਂ ਕੋਈ ਵੀ ਤਰੀਕੇ ਨਾਲ ਹੋਇਆ ਹੋਏ, ਮੇ ਬੀ ਕੋਈ ਇੰਜਰੀ ਹੋ ਜਾਂਦੀ ਹੈ, ਐਕਸੀਡੈਂਟ ਹੋ ਜਾਂਦਾ ਕਿਸੇ ਵੇਲੇ, ਕੋਈ ਵੱਡਾ ਆਪਰੇਸ਼ਨ ਹੋ ਜਾਂਦਾ, ਜਾਂ ਕਿਸੇ ਵੀ ਕਾਰਨ ਨਾਲ ਬੰਦਾ ਜਿਹੜਾ ਇੰਪੋਟੈਂਟ ਹੋ ਗਿਆ, ਜਿਹੜਾ ਬਿਲਕੁਲ ਡੈੱਡ ਹੋ ਗਿਆ, ਉਹਨੂੰ ਆਪਾਂ ਬਿਲਕੁਲ ਨਵੇਂ ਸਿਰਿਓਂ ਠੀਕ ਕਰ ਸਕਦੇ ਹਾਂ। ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਾਸਿਫ ਫਾਰੂਕੀ। ਜਿਵੇਂ ਕਿ ਪਿਛਲੀ ਵੀਡੀਓ ਦੇ ਵਿੱਚ ਅਸੀਂ ਤੁਹਾਡੀ ਜਿਹੜੀ ਮੁਲਾਕਾਤ ਹੈ ਗੋਰਿਆਂ ਦੇ ਵੈਦ ਹਰਸ਼ਵੀਰ ਸਿੰਘ ਹੋਰਾਂ ਨਾਲ ਕਰਵਾਈ ਸੀ, ਜਿਨ੍ਹਾਂ ਨੇ ਬੜਾ ਜ਼ਬਰਦਸਤ ਜਿਹੜਾ ਘਰੇਲੂ ਨੁਸਖੇ ਦੱਸੇ ਸੀ ਕਿ ਕਿਵੇਂ ਅਸੀਂ ਆਪਣੇ ਸਰੀਰ ਨੂੰ ਤਾਕਤਵਰ ਬਣਾ ਸਕਦੇ ਹਾਂ, ਕਿਵੇਂ ਬਚਪਨ ਦੀਆਂ ਗਲਤੀਆਂ ਨੂੰ ਜਿਹੜਾ ਆਯੁਰਵੈਦਿਕ ਢੰਗ ਦੇ ਨਾਲ, ਕੁਦਰਤ ਦੇ ਨਾਲ ਜੁੜ ਕੇ ਜਿਹੜਾ ਉਸ ਉੱਤੇ ਅਸੀਂ ਤੰਦਰੁਸਤੀ ਹਾਸਿਲ ਕਰ ਸਕਦੇ ਹਾਂ। ਤੇ ਪਿਛਲੀ ਵਾਰ ਵੈਦ ਹਰਸ਼ਵੀਰ ਸਿੰਘ ਹੋਰਾਂ ਨੇ ਕਿਹਾ ਸੀ ਕਿ ਉਹ ਜਿਹੜੇ ਵੱਖ ਬਿਮਾਰੀਆਂ ਤੋਂ ਬਾਅਦ ਪੈਦਾ ਹੋਈ ਕਮਜ਼ੋਰੀ ਦਾ ਜਿਹੜਾ ਮਾਮਲਾ ਇਨਸਾਨ ਨਾਲ ਬਣਦਾ ਹੈ ਉਸ ਉੱਤੇ ਗੱਲਬਾਤ ਕਰਨਗੇ, ਉਸ ਦਾ ਮਸਲਾ ਹੈ ਜਿਹੜਾ ਹੱਲ ਕਰਨ ਦੀ ਕੋਸ਼ਿਸ਼ ਕਰਨਗੇ। ਭਾਵੇਂ ਜਿਹੜੀ ਕਮਜ਼ੋਰੀ ਹੈ ਉਹ ਸ਼ੂਗਰ ਨਾਲ ਆਈ ਹੋਵੇ ਜਾਂ ਫਿਰ ਹੋਰ ਕਿਸੇ ਬਿਮਾਰੀ ਨਾਲ ਆਈ ਹੋਵੇ, ਉਸ ਉੱਤੇ ਅਸੀਂ ਅੱਜ ਗੱਲਬਾਤ ਕਰਾਂਗੇ। ਤੇ ਅਜਿਹਾ ਫਾਰਮੂਲਾ ਵੈਦ ਹਰਸ਼ਵੀਰ ਸਿੰਘ ਤੁਹਾਡੇ ਨਾਲ ਅੱਜ ਸਾਂਝਾ ਕਰਨ ਜਾ ਰਹੇ ਨੇ ਜੋ ਤੁਹਾਨੂੰ ਕਦੇ ਵੀ ਤੁਹਾਡੇ ਪਾਰਟਨਰ ਦੇ ਸਾਹਮਣੇ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਸ਼ਰਮਿੰਦਗੀ ਹੈ ਜਿਹੜੀ ਉਹ ਮਹਿਸੂਸ ਨਹੀਂ ਹੁੰਦੇਗਾ। ਸ਼ੁਰੂਆਤ ਕਰ ਲੈਂਦੇ ਹਾਂ ਗੱਲਬਾਤ ਦੀ। ਪਹਿਲਾਂ ਬਹੁਤ ਸਵਾਗਤ ਹੈ ਜੀ ਵੈਦ ਜੀ ਇੱਕ ਵਾਰ ਫਿਰ ਹਕੀਕਤ ਟੀਵੀ ਪੰਜਾਬੀ ਉੱਤੇ। ਹਕੀਕਤ ਟੀਵੀ ਪੰਜਾਬੀ ਦੇਖਣ ਵਾਲੇ ਸਾਰਿਆਂ ਦਾ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਵੈਦ ਜੀ, ਪਿਛਲੀ ਵਾਰ ਆਪਾਂ ਗੱਲ ਕੀਤੀ ਸੀ ਕਿ ਕਿਸ ਤਰੀਕੇ ਨਾਲ ਜਿਹੜੇ ਸ਼ੂਗਰ ਦੇ ਲੋਕ ਹੈਗੇ ਨੇ, ਸ਼ੂਗਰ ਤੋਂ ਪੀੜਤ ਨੇ, ਥਾਇਰਾਇਡ ਤੋਂ ਪੀੜਤ ਨੇ ਜਾਂ ਕਿਸੇ ਹੋਰ ਬਿਮਾਰੀਆਂ ਤੋਂ ਪੀੜਤ ਨੇ, ਉਹਨਾਂ ਦੀ ਜਿਹੜੀ ਸਰੀਰਿਕ ਲੱਗਦਾ ਕਿ ਉਹਨਾਂ ਨੂੰ ਹਰ ਵੇਲੇ ਹੀ ਲੱਗਦਾ ਕਿ ਉਹਨਾਂ ਦੇ ਸਰੀਰ ਦੇ ਵਿੱਚ ਜਾਨ ਨਹੀਂ ਹੈਗੀ, ਤਾਕਤ ਹੈ ਨਹੀਂ ਬਿਲਕੁਲ ਵੀ। ਅਤੇ ਕਈ ਵਾਰ ਜਦੋਂ ਗ੍ਰਸਤੀ ਵਾਲੇ ਪਾਸੇ ਨੂੰ ਹੁੰਦੇ ਨੇ ਤਾਂ ਫਿਰ ਸ਼ਰਮਿੰਦਗੀ ਮਹਿਸੂਸ ਕਰਦੇ ਨੇ। ਕੀ ਕਾਰਨ ਹੈ ਔਰ ਕਿਸ ਤਰੀਕੇ ਨਾਲ ਜਿਹੜੇ ਸ਼ੂਗਰ ਦੇ ਰੋਗੀ ਨੇ ਉਹ ਆਪਣੇ ਆਪ ਨੂੰ ਉਭਾਰ ਸਕਦੇ ਨੇ? ਦੇਖੋ ਜੀ, ਸ਼ੂਗਰ ਕਰਕੇ ਜਿਹੜੀ ਕਮਜ਼ੋਰੀ ਆਉਣੀ ਉਹ ਸੁਭਾਵਿਕ ਹੈ, ਕਿਉਂਕਿ ਜਿਹੜੀ ਸ਼ੂਗਰ ਹੈ ਇਟਸੈਲਫ ਹੀ ਉਹ ਇੱਕ ਤਰ੍ਹਾਂ ਨਾਲ ਜਿੱਦਾਂ ਆਪਾਂ ਕਹਿ ਲਈਦਾ ਵੀ ਲੱਕੜ ਨੂੰ ਸਿਉਂਕ ਲੱਗ ਜਾਂਦੀ ਹੈ, ਸਰੀਰ ਦਾ ਉਹ ਹਾਲ ਕਰ ਦਿੰਦੀ ਹੈ। ਪਲੱਸ ਜਿਹੜੀ ਆਪਾਂ ਐਲੋਪੈਥੀ ਦਵਾਈ ਖਾਂਦੇ ਆ ਰੂਟੀਨ ਦੇ ਵਿੱਚ, ਉਹ ਵੀ ਬਹੁਤ ਜ਼ਿਆਦਾ ਦਵਾਈ ਜਿਹੜੀ ਹੈ ਉਹ ਵੀ ਆਪਾਂ ਨੂੰ ਕਿੰਨੇ ਸਾਰੇ ਸਾਈਡ ਇਫੈਕਟ ਕ੍ਰੀਏਟ ਕਰਦੀ ਬੋਡੀ ਦੇ ਵਿੱਚ, ਕਈ ਤਰ੍ਹਾਂ ਦੇ ਡੈਮੇਜਿਸ ਹੁੰਦੇ ਨੇ ਉਹਦੇ ਨਾਲ।
ਤੇ ਪਲੱਸ ਉਹ ਦਵਾਈ ਜਿਹੜੀ ਨਾ ਉਹ ਖੁਸ਼ਕ ਬਹੁਤ ਹੁੰਦੀ ਆ, ਖੁਸ਼ਕ ਹੋਣ ਕਰਕੇ ਵੀ ਕਈਆਂ ਦੇ ਸਰੀਰ ਦੇ ਵਿੱਚ ਗਰਮੀ ਪੈ ਜਾਂਦੀ ਆ। ਸੋ ਇਹਨਾਂ ਚੀਜ਼ਾਂ ਦਾ ਧਿਆਨ ਕਰਕੇ ਵੀ ਆਯੁਰਵੇਦ ਨੇ ਬਹੁਤ ਵਧੀਆ ਚੀਜ਼ਾਂ ਕੀਤੀਆਂ ਨੇ। ਕਈ ਤਰ੍ਹਾਂ ਦੀਆਂ ਜੜੀ ਬੂਟੀਆਂ ਹੁੰਦੀਆਂ ਨੇ ਜਿਨ੍ਹਾਂ ਨਾਲ ਆਪਾਂ ਸ਼ੂਗਰ ਦੀ ਜਿਹੜੀ ਆਈ ਕਮਜ਼ੋਰੀ ਹੈ, ਸ਼ਰਮਿੰਦੇ ਕਰ ਦੇਣੇ ਵਾਲੇ ਰੋਗ ਜਿਹੜੇ ਹੁੰਦੇ ਨੇ ਆਪਣੇ ਪਾਰਟਨਰ ਮੂਹਰੇ ਜਦੋਂ ਆਪਾਂ ਫੇਸ ਨਹੀਂ ਕਰ ਸਕਦੇ, ਐਵਰੀ ਨਾਈਟ ਆਪਾਂ ਨੂੰ ਕੋਈ ਨਾ ਕੋਈ ਬਹਾਨਾ ਲਾਉਣਾ ਪੈਂਦਾ, ਕੁਛ ਕਰਨਾ ਪੈਂਦਾ, ਉਹਨਾਂ ਚੀਜ਼ਾਂ ਨੂੰ ਆਪਾਂ ਓਵਰਕਮ ਕਰ ਸਕਦੇ ਹਾਂ। ਸ਼ੂਗਰ ਵਾਲੇ ਰੋਗੀ ਵੀ ਸਾਡੇ ਤੋਂ ਕਈ ਇੱਦਾਂ ਦੇ ਆਏ ਨੇ ਜਿਹੜੇ ਅੱਜ ਬਿਲਕੁਲ 100% ਤੰਦਰੁਸਤ ਨੇ ਅਤੇ ਆਪਣੇ ਪਾਰਟਨਰ ਦੀਆਂ ਅੱਖਾਂ 'ਚ ਅੱਖਾਂ ਮਿਲਾ ਕੇ ਤੇ ਉਹਨਾਂ ਨੂੰ ਫੇਸ ਕਰਦੇ ਨੇ, ਕਿਸੇ ਤਰ੍ਹਾਂ ਦੀ ਕੋਈ ਸ਼ਰਮਿੰਦਗੀ ਨਹੀਂ ਫੇਸ ਕਰਦੇ। ਜੀ ਜੀ। ਅੱਛਾ, ਇੱਕ ਗੱਲ ਹੋਰ ਦੱਸੋ ਕਿ ਜਿਸ ਤਰੀਕੇ ਨਾਲ ਇੱਧਰ ਸਾਡੇ ਏਸ਼ੀਆ ਦੇ ਖਿੱਤੇ ਦੇ ਵਿੱਚ ਅਸੀਂ ਕਹਿ ਲਈਏ, ਉਸ ਤੋਂ ਬਾਅਦ ਸਾਡੇ ਮੁਲਕ ਦੇ ਵਿੱਚ ਕਹਿ ਲਈਏ, ਫਿਰ ਪੰਜਾਬ ਦੇ ਵਿੱਚ ਕਹਿ ਲਈਏ, ਲਗਭਗ ਬਿਮਾਰੀਆਂ ਸਾਰੀਆਂ ਇੱਕੋ ਜਿਹੀਆਂ ਨੇ। ਗੋਰਿਆਂ ਨੂੰ ਕਿੰਨੀ ਕੁ ਸ਼ੂਗਰ ਕਿੰਨਾ ਕੁ ਰਹਿੰਦਾ, ਫਿਰ ਕਿਸ ਤਰੀਕੇ ਨਾਲ ਤੁਸੀਂ ਜਿਹੜੀ ਉਹਨਾਂ ਦੀ ਤਾਕਤ ਵਧਾਉਂਦੇ ਹੋ? ਦੇਖੋ ਜੀ, ਉਹ ਵੀ ਸਾਡੇ ਵਰਗੇ ਇਨਸਾਨ ਨੇ, ਉਹਨਾਂ ਨੂੰ ਵੀ ਕੋਈ ਸੁਪਰ ਹਿਊਮਨ ਨਹੀਂ ਹੈਗੇ ਜਾਂ ਉਹਨਾਂ ਨੂੰ ਕੋਈ ਔਰਗਨ ਜ਼ਿਆਦਾ ਵਧੀਆ ਨਹੀਂ ਲੱਗਿਆ ਹੈ। ਬਸ ਉਹਨਾਂ ਨੂੰ ਇੰਨਾ ਪਤਾ ਵੀ ਦੇ ਆਰ ਮੱਚ ਮੋਰ ਅਵੇਅਰਡ। ਉਹਦਾ ਮਤਲਬ ਇਹ ਵੀ ਕਿ ਉਹਨਾਂ ਨੂੰ ਜਿਹੜੀ ਗੱਲ ਇੱਕ ਵਾਰੀ ਸਮਝਾ ਦਈਦੀ ਉਹਨਾਂ ਦੇ ਖਾਨੇ 'ਚ ਪੈ ਜਾਂਦੀ ਹੈ। ਉਹਨਾਂ ਨੂੰ ਕਹਿਣਾ ਭਾਈ ਤੇਰੇ ਲਈ ਫਲਾਣੀ ਚੀਜ਼ ਜਿਹੜੀ ਉਹ ਗਲਤ ਹੈ, ਉਹ ਆਹ ਕੰਮ ਤੂੰ ਨਹੀਂ ਕਰਨਾ, ਤੂੰ ਬਾਹਲਾ ਮਿੱਠਾ ਨਹੀਂ ਖਾਣਾ, ਤੂੰ ਐਕਸਰਸਾਈਜ਼ ਕਰਨੀ ਹੈ, ਤੂੰ ਵਾਕ 'ਤੇ ਜਾਣਾ। ਉਹਨੂੰ ਜਿਹੜੀ ਗੱਲ ਸਮਝਾਤੀ ਉਹ ਜਿੱਦਾਂ ਕੰਪਿਊਟਰ 'ਚ ਫੀਡ ਕਰ ਦਈਦੀ ਹੈ, ਉਹ ਸਮਝ ਜਾਂਦਾ। ਆਪਣੇ ਇੱਧਰ ਪਹਿਲਾਂ ਦੇ ਨਾ ਲੋਕਾਂ ਨੂੰ ਯਕੀਨ ਕਰਾਉਣਾ ਬੜਾ ਔਖਾ ਹੋ ਜਾਂਦਾ। ਥੋੜ੍ਹਾ ਜਿਹਾ ਫਨੀ ਵੀ ਲੱਗੇਗਾ, ਸੁਣਨ ਵਾਲਿਆਂ ਨੂੰ ਹਾਸੇ ਵਾਲਾ ਵੀ ਲੱਗੇਗਾ ਵੀ ਪਹਿਲਾਂ ਤਾਂ ਅਗਲੇ ਮੰਨਦੇ ਹੀ ਨਹੀਂ ਵੀ ਸਾਨੂੰ ਕੋਈ ਪ੍ਰੋਬਲਮ ਹੈ। ਫਿਰ ਉਹਨਾਂ ਨੂੰ ਟੈਸਟਾਂ ਦੀਆਂ ਰਿਪੋਰਟਾਂ ਕਰਾ ਕੇ ਯਕੀਨ ਕਰਾਉਣਾ ਪੈਂਦਾ, ਫਿਰ ਉਹਨਾਂ ਨੂੰ ਸਮਝਾਉਣਾ ਪੈਂਦਾ। ਸਮਝਣ ਤੋਂ ਬਗੈਰ ਵੀ ਮੈਂ ਵਿਆਹ 'ਤੇ ਜਾਣਾ, ਮੇਰਾ ਫਲਾਣੇ ਰਿਸ਼ਤੇਦਾਰ ਦਾ ਵਿਆਹ ਹੈ, ਮੈਂ ਉੱਥੇ ਜਾ ਕੇ ਡਾਕਟਰ ਸਾਹਿਬ ਇੱਕ ਅੱਧਾ ਪੈਗ ਲਾ ਸਕਦਾ ਵਾਂ। ਇਸ ਲਈ ਉਹ ਚੀਜ਼ਾਂ ਬੜੀਆਂ ਫਨੀ ਨੇ ਵੀ ਉਹ ਆਉਂਦੀਆਂ ਨੇ। ਉਹ ਕਹਿੰਦਾ ਵਾ ਵੀ ਜਿਹੜਾ ਪੈਗ ਹੈ ਜਾਂ ਕੋਈ ਇੱਦਾਂ ਦੀ ਚੀਜ਼ ਹੈ ਉਹ ਤੇਰੇ ਲਈ ਜ਼ਹਿਰ ਬਰਾਬਰ ਹੈ। ਵੀ ਹੁਣ ਆਪਾਂ ਕੀ ਕਾਰਨ ਹੈ ਜੀ? ਮਤਲਬ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਅਲਕੋਹਲ ਹੈਗਾ, ਅਲਕੋਹਲ ਦਾ ਜਿਹੜਾ ਸੇਵਨ ਹੈ ਉਹ ਜਿਹੜਾ ਅਸੀਂ ਕਹਿ ਲਈਏ ਕਿ ਸਰੀਰਕ ਤਾਕਤ ਦੇ ਉੱਤੇ ਅਸਰ ਪਾਉਂਦਾ? ਬਿਲਕੁਲ ਜੀ, ਬਿਲਕੁਲ ਪਾਉਂਦਾ ਜੀ। ਦੇਖੋ ਜਿਹੜਾ ਸ਼ੂਗਰ ਰੋਗੀ ਹੈ ਉਹਦੀ ਸ਼ੂਗਰ ਵੱਧ ਜਾਣੀ ਹੈ ਅਲਕੋਹਲ ਨਾਲ। ਜੇ ਪੈਗ ਪਿਆਲਾ ਲਾਏਗਾ, ਨਾਲ ਮਾੜਾ ਮੋਟਾ ਉੱਪਰ ਥੱਲੇ ਖਾਏਗਾ ਵੀ, ਚੰਗੀਆਂ ਮਾੜੀਆਂ ਚੀਜ਼ਾਂ ਖਾਏਗਾ ਵੀ, ਫਰਾਈਡ ਚੀਜ਼ਾਂ ਵੀ ਖਾਏਗਾ ਨਾਲ, ਉਹ ਫਿਰ ਇਹਨਾਂ ਚੀਜ਼ਾਂ ਤੋਂ ਤਾਂ ਆਪਾਂ ਮਨਾ ਕਰ ਰਹੇ ਹਾਂ। ਇਹਨਾਂ ਚੀਜ਼ਾਂ ਤੋਂ ਬਚਣ ਲਈ ਤਾਂ ਅਸੀਂ ਉਹਨਾਂ ਨੂੰ ਦਵਾਈ ਦੇ ਰਹੇ ਹਾਂ, ਟਰੀਟਮੈਂਟ ਦੇ ਰਹੇ ਹਾਂ। ਜੇ ਟਰੀਟਮੈਂਟ ਦੇ ਨਾਲ ਇੱਕ ਵੱਧ ਪਰਹੇਜ਼ੀ ਚੱਲ ਜੇ ਅਤੇ ਟਰੀਟਮੈਂਟ ਲੈਣ ਦਾ ਵੀ ਕੋਈ ਫਾਇਦਾ ਨਹੀਂ। ਮੁੜ ਕੇ ਉਹਨੇ ਆ ਕੇ ਮੇਰਾ ਨੁਕਸ ਕੱਢ ਦੇਣਾ ਵੀ ਤੇਰੀ ਦਵਾਈ ਨਹੀਂ ਚੰਗੀ ਸੀ, ਤੇਰੀ ਦਵਾਈ ਨਾਲ ਮੈਨੂੰ ਫਾਇਦਾ ਨਹੀਂ ਹੋਇਆ। ਸੋ ਆਪਾਂ ਦੇਖਣ ਵਾਲਿਆਂ ਨੂੰ ਇਹ ਵੀ ਖਾਸ ਤੌਰ 'ਤੇ ਅਪੀਲ ਕਰਦੇ ਹਾਂ ਵੀ ਡਾਕਟਰ ਦਾ ਜਾਂ ਵੈਦ ਦਾ ਨੁਕਸ ਕੱਢਣ ਤੋਂ ਪਹਿਲਾਂ ਆਪਣੇ ਆਪ ਵੀ ਆਪਣੀ ਪੀੜੀ ਥੱਲੇ ਵੀ ਸੋਟਾ ਮਾਰ ਲਓ। ਜਿਹੜੇ ਪਰਹੇਜ਼ ਦੱਸੇ ਜਾਂਦੇ ਨੇ, ਜੇ ਅੱਧਾ ਕੰਮ ਦਵਾਈ ਦਾ ਅਤੇ ਅੱਧਾ ਕੰਮ ਪੇਸ਼ੈਂਟ ਦਾ ਹੈਗਾ, ਵੀ ਉਹ ਜਿਹੜੇ ਨਿਯਮ ਦੱਸੇ ਗਏ ਨੇ ਉਹਨਾਂ ਦੀ ਪਾਲਣਾ ਕਰਨੀ ਹੈ ਅਤੇ ਫਿਰ ਹੀ ਫਰਕ ਪੈਣਾ। ਡਾਕਟਰ ਦੇ ਕੋਲ ਕੋਈ ਜਾਦੂ ਦੀ ਛੜੀ ਨਹੀਂ ਹੁੰਦੀ ਵੀ ਉਹਨੇ ਤੁਹਾਨੂੰ ਹਮੇਸ਼ਾ ਇੱਕੋ ਹੀ ਪੁੜੀ ਨਾਲ ਠੀਕ ਕਰ ਦੇਣਾ ਹੁੰਦਾ। ਅੱਛਾ, ਸ਼ੂਗਰ ਦੇ ਰੋਗੀ ਨੇ ਜਿਹੜੇ ਜਿਸ ਤਰੀਕੇ ਨਾਲ ਜਦੋਂ ਕਮਜ਼ੋਰੀ ਮਹਿਸੂਸ ਕਰਨੀ ਸ਼ੁਰੂ ਕਰਦੇ ਨੇ, ਕਿਹੜੇ ਜਿਹੇ ਸੰਕੇਤ ਹੁੰਦੇ ਨੇ ਕਿ ਸਾਨੂੰ ਪਤਾ ਲੱਗ ਜਾਵੇ ਸ਼ੂਗਰ ਕਰਕੇ ਕਮਜ਼ੋਰੀ ਹੈ ਜਾਂ ਇਹ ਆਮ ਕਮਜ਼ੋਰੀ ਹੈ? ਦੇਖੋ ਜੀ, ਇੱਕ ਡਿਸਕੰਫਰਟ ਜਿਹੜਾ ਆਉਣਾ ਸ਼ੁਰੂ ਹੋ ਜਾਂਦਾ, ਬਾਰ-ਬਾਰ ਬੰਦੇ ਨੂੰ ਯੂਰੀਨੇਟ ਜਾਣਾ ਪੈਂਦਾ, ਪਿਸ਼ਾਬ ਕਰਨ ਜਾਣਾ ਪੈਂਦਾ ਦਿਹਾੜੀ ਦੇ ਵਿੱਚ। ਕਈ ਵਾਰੀ ਮਤਲਬ ਜਦੋਂ ਪਾਣੀ ਨਹੀਂ ਵੀ ਪੀਤਾ ਤਾਂ ਵੀ ਪਿਸ਼ਾਬ ਆ ਜਾਂਦਾ ਕਈ ਵਾਰੀ, ਅਤੇ ਪਿਸ਼ਾਬ ਜਿਹੜਾ ਉਹ ਰੁਕਦਾ ਵੀ ਨਹੀਂ। ਇਹ ਜਿਹੜੇ ਕਾਮਨ ਜਿਹੇ ਸਿੰਪਟਮਸ ਨੇ, ਡਿਸਕੰਫਰਟ ਰਹਿਣਾ, ਹਲਕਾ ਹਲਕਾ ਜਿੱਦਾਂ ਸਿਰ ਦੇ ਵਿੱਚ ਦਰਦ ਰਹਿਣੀ, ਅਨਕੰਫਰਟੇਬਲ ਫੀਲ ਕਰਦੇ ਰਹਿਣਾ, ਇਹ ਸ਼ੂਗਰ ਦੇ ਜਿਹੜੇ ਨੋਰਮਲ ਜਿਹੜੇ ਸਿੰਪਟਮਸ ਹੈਗੇ ਨੇ। ਜਦੋਂ ਤੁਹਾਨੂੰ ਇੱਦਾਂ ਦੇ ਸਿੰਪਟਮਸ ਫੀਲ ਹੋਣ, ਤੁਸੀਂ ਜ਼ਰੂਰ ਆਪਣੀ ਜਿਹੜੀ ਸ਼ੂਗਰ ਦੀ ਜਾਂਚ ਹੈ ਉਹ ਕਰਾਓ। ਅੱਛਾ, ਇੱਕ ਗੱਲ ਹੋਰ ਬੜੀ ਅਹਿਮ ਇੱਥੇ ਇਹ ਚੀਜ਼ ਹੈ, ਬਹੁਤ ਸਾਰੇ ਜਿਹੜੇ ਡਾਕਟਰ ਨੇ, ਬਹੁਤ ਸਾਰੇ ਵੈਦ ਨੇ, ਉਹ ਕਹਿੰਦੇ ਨੇ ਜੀ ਕਿ ਜੇਕਰ ਤੁਸੀਂ ਸ਼ੂਗਰ ਰਹਿਣ ਦੇ ਬਾਵਜੂਦ ਤਾਕਤਵਰ ਰਹਿਣਾ ਹੈ ਤਾਂ ਤੁਹਾਨੂੰ ਜਿਹੜੀ ਦਵਾਈ ਹੈ ਉਹ ਸਾਡਾ ਨੁਸਖਾ ਹੈ, ਉਮਰ ਭਰ ਖਾਣਾ ਪਊਗਾ। ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਹੈ? ਦੇਖੋ ਜੀ, ਉਹ ਨੁਸਖਾ ਹੀ ਕਾਹਦਾ ਜਿਹੜਾ ਉਮਰ ਭਰ ਖਾਣਾ ਪੈ ਗਿਆ, ਉਹ ਤਾਂ ਫਿਰ ਤੁਸੀਂ ਇੱਕ ਚੀਜ਼ ਦੇ ਉੱਤੇ ਲੱਗ ਗਏ। ਮੇਰੀ ਇਹ ਸੋਚ ਹੈ ਵੀ ਜੇ ਤੁਸੀਂ ਠੀਕ ਹੋਣਾ, ਆਪਾਂ ਠੀਕ ਹੋਣਾ ਦੀ ਪਰਿਭਾਸ਼ਾ ਕੀ ਹੈਗੀ ਹੈ ਵੀ ਜਦੋਂ ਤੁਸੀਂ ਕਿਸੇ ਦਵਾਈ ਨੂੰ ਖਾ ਕੇ ਉਹਦਾ ਕੋਰਸ ਪੂਰਾ ਕਰਕੇ ਤੰਦਰੁਸਤ ਹੋ ਜਾਓ। ਮੈਂ ਇੱਥੇ ਸ਼ੂਗਰ ਦੀ ਗੱਲ ਨਹੀਂ ਕਰ ਰਿਹਾ। ਸ਼ੂਗਰ 'ਤੇ ਤੁਸੀਂ ਆਪਣੀ ਡਾਈਟ ਕੰਟਰੋਲ ਕਰਕੇ, ਐਕਸਰਸਾਈਜ਼ ਕਰਕੇ ਹੀ ਕੰਟਰੋਲ ਕਰ ਸਕਦੇ ਹੋ ਜਾਂ ਦਵਾਈ ਨਾਲ ਕੰਟਰੋਲ ਕਰ ਸਕਦੇ ਹੋ। ਮੈਂ ਕਮਜ਼ੋਰੀ ਦੀ ਗੱਲ ਕਰ ਰਿਹਾ, ਗ੍ਰਸਤ ਕਮਜ਼ੋਰੀ ਦੀ। ਜੇ ਗ੍ਰਸਤ ਕਮਜ਼ੋਰੀ 'ਚ ਤੁਸੀਂ ਸ਼ੂਗਰ ਵੱਲੋਂ ਸਾਰੀ ਉਮਰ ਹੀ ਦਵਾਈ ਖਾਣੀ ਹੈ, ਫਿਰ ਉਹ ਦਵਾਈ ਖਾਣ ਦਾ ਕੋਈ ਫਾਇਦਾ ਨਹੀਂ। ਫਿਰ ਤਾਂ ਤੁਸੀਂ ਜਿੱਦਾਂ ਸ਼ੂਗਰ ਦੀ ਦਵਾਈ ਦੇ ਉੱਤੇ ਲੱਗ ਗਏ ਉੱਦਾਂ ਇਹ ਉੱਤੇ ਵੀ ਲੱਗ ਗਏ। ਸੋ ਕਹਿਣ ਦਾ ਮਤਲਬ ਭਾਵ ਇਹ ਵੇ ਕਿ ਆਯੁਰਵੇਦ ਇੰਨਾ ਸਮਰੱਥ ਹੈਗਾ, ਉਹਦੇ ਵਿੱਚ ਇੰਨੀਆਂ ਵਧੀਆ ਵਧੀਆ ਜੜੀ ਬੂਟੀਆਂ ਹੈਗੀਆਂ ਨੇ। ਜਿਹੜੀ ਕਮਜ਼ੋਰੀ ਤੁਹਾਨੂੰ ਗ੍ਰਸਤ ਕਮਜ਼ੋਰੀ ਆਈ ਸ਼ੂਗਰ ਕਰਕੇ, ਉਹ ਇੱਕ ਕੋਰਸ ਨਾਲ ਬਿਲਕੁਲ ਠੀਕ ਹੋ ਸਕਦੀ ਹੈ।
ਕਿੰਨਾ ਕੁ ਟਾਈਮ ਚਾਹੀਦਾ ਜੀ ਇਸ ਸਾਰੇ ਨੁਸਖੇ ਨੂੰ ਜਿਹੜਾ ਤੇ ਤੁਸੀਂ ਦੱਸ ਰਹੇ ਹੋ, ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਕੋਲ ਅਜਿਹਾ ਫਾਰਮੂਲਾ ਹੈ ਕਿ ਤੁਹਾਨੂੰ ਕਦੇ ਵੀ ਤੁਹਾਡੇ ਪਾਰਟਨਰ ਸਾਹਮਣੇ, ਤੁਹਾਡੀ ਸਾਥਣ ਸਾਹਮਣੇ, ਤੁਹਾਡੇ ਨਾਲ ਦੇ ਮੂਹਰੇ ਸ਼ਰਮਿੰਦਾ ਨਹੀਂ ਹੋਣ ਦੇਗਾ? ਦੇਖੋ ਜੀ, ਇਹਦੇ ਵਿੱਚ ਇਹ ਡਿਪੈਂਡ ਕਰਦਾ ਹਰ ਇੱਕ ਪੇਸ਼ੈਂਟ ਦੀ ਕੇਸ ਹਿਸਟਰੀ ਦੇ ਉੱਤੇ। ਸ਼ੂਗਰ ਦਾ ਰੋਗ ਉਹਨੂੰ ਕਿੰਨਾ ਪੁਰਾਣਾ ਹੋਇਆ, ਸ਼ੂਗਰ ਦਾ ਲੈਵਲ ਕਿੰਨਾ ਰਹਿੰਦਾ, ਸ਼ੂਗਰ ਦੇ ਨਾਲ ਉਹ ਕਿੰਨੇ ਪਰਹੇਜ਼ ਰੱਖ ਸਕਦਾ, ਇਹ ਚੀਜ਼ਾਂ ਡਿਪੈਂਡ ਕਰਦੀਆਂ। ਸਭ ਤੋਂ ਜਿਹੜੀ ਮੇਨ ਤੇ ਇੰਪੋਰਟੈਂਟ ਚੀਜ਼ ਹੈ ਉਹ ਜਿਹੜੀ ਉਹਦੀਆਂ ਕਲੀਨਿਕਲ ਰਿਪੋਰਟਾਂ ਨੇ, ਉਹਨਾਂ ਉੱਤੇ ਡਿਪੈਂਡ ਕਰਦਾ ਵੀ ਕਲੀਨਿਕਲ ਰਿਪੋਰਟਾਂ ਕੀ ਕਹਿੰਦੀਆਂ ਨੇ ਉਹਦੀਆਂ। ਉਹਦੇ ਹਿਸਾਬ ਨਾਲ ਇੱਕ ਸਾਰਾ ਆਪਾਂ ਡਾਇਗਨੋਸ ਸ਼ੀਟ ਤਿਆਰ ਕਰੀਦੀ ਹੈ। ਉਹਦੇ ਹਿਸਾਬ ਨਾਲ ਅਗਲੇ ਨੂੰ ਦੱਸਿਆ ਜਾਂਦਾ ਵੀ ਭਾਈ ਤੈਨੂੰ ਇੰਨੀ ਦੇਰ ਦਵਾਈ ਖਾਣੀ ਪਏਗੀ, ਆਹ ਪਰਹੇਜ਼ ਰੱਖਣੇ ਪੈਣਗੇ। ਜੇ ਸਾਡਾ ਪੇਸ਼ੈਂਟ ਸਾਡੇ ਨਾਲ ਸਹਿਮਤ ਹੋਏ ਪੂਰੀ ਤਰ੍ਹਾਂ, ਫਿਰ ਹੀ ਆਪਾਂ ਇਲਾਜ ਸ਼ੁਰੂ ਕਰੀਦਾ। ਕਿਸੇ ਤਰ੍ਹਾਂ ਦਾ ਕੋਈ ਲਾਲਚ ਨਹੀਂ ਰੱਖਿਆ ਵੀ ਫੋਨ ਤੇ ਕਿਸੇ ਨੇ ਗੱਲ ਕੀਤੀ ਤੇ ਮੈਂ ਉਹਨੂੰ ਕਹਾਂ ਯਾਰ ਠੀਕ ਹੈ ਵੀ ਤੈਨੂੰ ਪੁੜੀਆਂ ਬਣਾ ਕੇ ਭੇਜ ਦਿੰਦੇ ਤੇਰੇ ਘਰ ਤੇ ਤੂੰ ਕਾਇਮ ਹੋ ਜਾਏਗਾ ਤੇ ਇੱਦਾਂ ਕਰ ਲੇਗਾ ਉੱਦਾਂ ਕਰ ਲੇਗਾ। ਉਹ ਕੰਮ ਨਹੀਂ ਹੈਗਾ ਆਪਣੇ ਕੋਲ ਰੀਜ਼ਨੇਬਲ ਕੰਮ ਹੈਗਾ। ਜੋ ਆਪਾਂ ਪ੍ਰੋਮਿਸ ਕਰਾਂਗੇ ਉਹਨੂੰ ਆਪਾਂ ਪੂਰਾ ਕਰਾਂਗੇ। ਸਾਡੇ ਕੋਲ ਲਾਰਿਆਂ ਵਾਲਾ ਸੌਦਾ ਨਹੀਂ ਹੈਗਾ। ਅੱਛਾ, ਪਰਹੇਜ਼ ਆਪਾਂ ਨੁਸਖੇ ਵੱਲ ਵੀ ਆਣੇ ਆ, ਪਰ ਪਰਹੇਜ਼ ਉਸ ਤੋਂ ਪਹਿਲਾਂ ਤੁਸੀਂ ਕਹਿ ਰਹੇ ਹੋ ਕਿ ਬੜੀ ਇੰਪੋਰਟੈਂਟ ਚੀਜ਼ ਹੈਗੀ ਆ ਆਯੁਰਵੈਦਿਕ ਦੇ ਵਿੱਚ। ਕਿਹੜੇ ਪਰਹੇਜ਼ ਨੇ ਜਿਹੜੇ ਤੁਸੀਂ ਸਟ੍ਰਿਕਟਲੀ ਫੋਲੋ ਕਰਨ ਦੀ ਗੱਲ ਕਰੋਗੇ? ਦੇਖੋ ਜੀ, ਆਪਾਂ ਜੇ ਸ਼ੂਗਰ ਦੀ ਗੱਲ ਹੀ ਕਰੀਏ, ਇਸ ਵੇਲੇ ਜੋ ਸਾਡਾ ਕਰੰਟ ਟੌਪਿਕ ਚੱਲ ਰਿਹਾ, ਸ਼ੂਗਰ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਿਹੜਾ ਮਿੱਠੇ ਦਾ ਪਰਹੇਜ਼ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਉਹ ਤਾਂ ਸਾਰਿਆਂ ਨੂੰ ਸ਼ੂਗਰ ਵਾਲਿਆਂ ਨੂੰ ਪਤਾ ਹੀ ਹੁੰਦਾ। ਦੂਜੇ ਨੰਬਰ 'ਤੇ ਜਿਹੜੀਆਂ ਫਰਾਈਡ ਚੀਜ਼ਾਂ ਨੇ ਉਹਨਾਂ ਦਾ ਸ਼ੂਗਰ ਵਾਲੇ ਪੇਸ਼ੈਂਟ ਨੂੰ ਬਹੁਤ ਨੁਕਸਾਨ ਹੈ। ਇਹਦੇ ਵਿੱਚ ਆਪਾਂ ਜਿਹੜਾ ਮੇਨ ਜਿਹੜੀ ਚੀਜ਼ ਹੈ ਨਾ, ਸੈਲਡ ਜਾਂ ਇੱਦਾਂ ਦੀ ਚੀਜ਼ਾਂ ਜਿਹੜੀਆਂ ਹੈਗੀਆਂ, ਜਿਹੜੀਆਂ ਫਾਈਬਰ ਵਾਲੀਆਂ ਚੀਜ਼ਾਂ, ਹਾਈ ਫਾਈਬਰ ਜਿਹੜੀਆਂ ਚੀਜ਼ਾਂ ਨੇ ਉਹ ਉਹਨੂੰ ਫਾਇਦੇਮੰਦ ਨੇ। ਪਲੱਸ ਇਹਦੇ ਵਿੱਚ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਹੈ ਉਹ ਹੈਗੀ ਹੈ ਰਨਿੰਗ ਜਾਂ ਵਾਕਿੰਗ। ਜਿਹੜਾ ਬੰਦਾ ਰਨਿੰਗ ਨਹੀਂ ਕਰ ਸਕਦਾ, ਕੋਈ ਗੋਡਿਆਂ ਦੀ ਗਿੱਟਿਆਂ ਦੀ ਕਿਸੇ ਨੂੰ ਪ੍ਰੋਬਲਮ ਹੈ, ਉਹ ਵਾਕ ਐਟ ਲੀਸਟ ਜ਼ਰੂਰ ਕਰੇ। ਨਹੀਂ ਤਾਂ ਕਈ ਐਕਸਰਸਾਈਜ਼ਾਂ ਅੱਜ ਕੱਲ੍ਹ ਇੱਦਾਂ ਦੀਆਂ ਵੀ ਚੱਲ ਪਈਆਂ ਜਿਹੜੀਆਂ ਆਪਾਂ ਬੈਠ ਕੇ ਵੀ ਕਰ ਸਕਦੇ ਹਾਂ। ਠੀਕ ਹੈ ਜੀ। ਅਤੇ ਸੋ ਐਕਸਰਸਾਈਜ਼ ਜਿਹੜੀ ਹੈ ਸਰੀਰ ਨੂੰ ਚੱਲਦਾ ਰਹਿਣ ਦੇਣਾ, ਉਹ ਇੱਕ ਬੇਸਿਕ ਰਿਕੁਆਇਰਮੈਂਟ ਹੈ ਸ਼ੂਗਰ ਵਾਲੇ ਪੇਸ਼ੈਂਟ ਦੀ। ਜਦੋਂ ਤੱਕ ਉਹ ਨਹੀਂ ਕਰੇਗਾ ਉਦੋਂ ਤੱਕ ਜਿਹੜੀ ਕੋਈ ਵੀ ਦਵਾਈ ਦਾ ਉਹਨੂੰ ਬੈਨੀਫਿਟ ਨਹੀਂ ਮਿਲਣ ਵਾਲਾ। ਅੱਛਾ, ਅਤੇ ਜੀ ਫਿਰ ਇੱਕ ਹੋਰ ਬੜਾ ਇੱਥੇ ਸਵਾਲ, ਇਹ ਅਕਸਰ ਜਿਹੜੇ ਸ਼ੂਗਰ ਪੇਸ਼ੈਂਟ ਹੁੰਦੇ ਨੇ ਉਹਨਾਂ ਦੇ ਮਨ ਦੇ ਵਿੱਚ ਇਹ ਜਾਂਦਾ ਹੈ ਕਿ ਜੀ ਸਾਨੂੰ ਹੁੰਦਾ ਕਿ ਅਸੀਂ ਦਵਾਈ ਕਈ ਵਾਰ ਲੈ ਲੈਂਦੇ ਵੀ ਜਦੋਂ ਤੱਕ ਤਾਂ ਦਵਾਈ ਕਿਸੇ ਵੈਦ ਤੋਂ, ਹਕੀਮ ਤੋਂ ਖਾਂਦੇ ਨੇ ਉਦੋਂ ਤੱਕ ਤਾਂ ਠੀਕ ਰਹਿੰਦੇ ਨੇ। ਉਹ ਜਿਵੇਂ ਹੀ ਦਵਾਈ ਛੱਡੀ ਅਤੇ ਫਿਰ ਜਿਹੜਾ ਮਾਮਲਾ ਸ਼ਰਮਿੰਦਗੀ ਵਾਲੇ ਪਾਸੇ ਨੂੰ ਜਾਣਾ ਸ਼ੁਰੂ ਹੋ ਜਾਂਦਾ। ਦੇਖੋ ਫਰੂਕੀ ਸਾਹਿਬ, ਇਹ ਤੁਸੀਂ ਬੜਾ ਇੱਕ ਵਧੀਆ ਵੈਲਿਡ ਪੁਆਇੰਟ ਰੇਜ਼ ਕੀਤਾ। ਇਹਦੇ ਵਿੱਚ ਬਹੁਤ ਸਾਰੇ ਪੇਸ਼ੈਂਟ ਮੇਰੇ ਤੋਂ ਇੱਦਾਂ ਦੇ ਆਏ ਨੇ ਜਿਨ੍ਹਾਂ ਨੇ ਮੈਨੂੰ ਇਹ ਗੱਲਾਂ ਕਹੀਆਂ ਆ ਕੇ ਵੀ ਅਸੀਂ ਫਲਾਣੇ ਵੈਦ ਕੋ, ਫਲਾਣੇ ਹਕੀਮ ਕੋ ਗਏ, ਉਹਨੇ ਸਾਨੂੰ ਪਹਿਲਾਂ ਬੜੀਆਂ ਵੱਡੇ ਸਬਜ਼ ਬਾਗ ਦਿਖਾਏ, ਗੱਲਾਂ ਬੜੀਆਂ ਵਧੀਆ ਲੁਭਾਵਣੀਆਂ ਕੀਤੀਆਂ, ਐਂਡ ਉਸ ਤੋਂ ਬਾਅਦ ਜਦੋਂ ਆਪਾਂ ਟਰੀਟਮੈਂਟ ਕਰਾ ਲਿਆ, ਅਸੀਂ ਕੁਛ ਦੇਰ ਲਈ ਇਹ ਵੀ ਫੀਲ ਕੀਤਾ ਵੀ ਅਸੀਂ ਠੀਕ ਹੋ ਗਏ ਹਾਂ। ਜਦੋਂ ਆਪਾਂ ਟਰੀਟਮੈਂਟ ਛੱਡਿਆ ਫਿਰ ਜਿਹੜੀ ਕੰਡੀਸ਼ਨ ਉੱਦਾਂ ਦੀ ਉੱਦਾਂ ਹੀ ਰਹਿ ਗਈ, ਸਭ ਕੁਝ ਸੇਮ ਟੂ ਸੇਮ ਹੀ ਰਹਿ ਗਿਆ। ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਵਾਕਈ ਇਹ ਗੱਲਾਂ ਹੁੰਦੀਆਂ ਨੇ, ਕਿਉਂਕਿ ਇਹਦੇ ਵਿੱਚ ਸਭ ਤੋਂ ਜਿਹੜਾ ਵੱਡਾ ਫੈਕਟਰ ਹੈ ਨਾ, ਇਹ ਡਿਪੈਂਡ ਕਰਦਾ ਦਵਾਈ ਤੁਸੀਂ ਕਿੱਦਾਂ ਤਿਆਰ ਕੀਤੀ, ਉਹਦੀ ਤੁਸੀਂ ਡਾਇਗਨੋਸ ਸ਼ੀਟ ਕਿੱਦਾਂ ਬਣਾਈ, ਉਹਨੂੰ ਪੇਸ਼ੈਂਟ ਨੂੰ ਕਿੱਦਾਂ ਟਰੀਟ ਕੀਤਾ। ਇਹ ਇੱਕ ਰੋਗ ਨੂੰ ਸਮਝ ਕੇ ਜਦੋਂ ਇੱਕ ਗੁੰਝਲ ਹੁੰਦੀ ਹੈ, ਸਮਝ ਲਓ ਗੁੰਝਲ ਹੈ, ਗੁੰਝਲ ਵਾਂਗ ਉਹਨੂੰ ਇੱਕ ਕਰਕੇ ਸਟੈਪ ਕਰਕੇ ਉਹਨੂੰ ਕੱਢਣਾ ਪੈਂਦਾ, ਤਾਂ ਹੀ ਮਤਲਬ ਬੰਦੇ ਦਾ ਮਸਲਾ ਹੱਲ ਹੁੰਦਾ। ਇੱਦਾਂ ਨਹੀਂ ਹੁੰਦਾ ਵੀ ਤੁਸੀਂ ਅਗਲੇ ਦੀ ਗੱਲ ਸੁਣੀ ਨਹੀਂ, ਤੁਸੀਂ ਉਹਦੇ ਟੈਸਟ ਨਹੀਂ ਕਰਾਏ। ਮੋਸਟਲੀ ਜਿੰਨੇ ਪੇਸ਼ੈਂਟ ਆਉਂਦੇ ਨੇ ਅਸੀਂ ਪਤਾ ਕਰੀਦਾ, ਅਗਲੇ ਕਹਿੰਦੇ ਜੀ ਸਾਡੇ ਤੋਂ ਕੋਈ ਟੈਸਟ ਕਰਾਏ ਨਹੀਂ ਉਹਨਾਂ ਨੇ। ਸੋ ਇਹ ਇੱਕ ਤਰੀਕਾ ਹੈਗਾ, ਇੱਕ ਤਰਤੀਬ ਹੈਗੀ ਹੈ, ਸਿਸਟਮੈਟਿਕ ਹੈਗਾ ਸਾਰਾ ਸਿਸਟਮ। ਜੇ ਤੁਸੀਂ ਉਹ ਸਿਸਟਮੈਟਿਕ ਵੇ ਦੇ ਨਾਲ ਚੱਲੋਗੇ ਫਿਰ ਹੀ ਤੁਹਾਡਾ ਮਸਲਾ ਹੱਲ ਹੋਏਗਾ। ਅੱਛਾ, ਹੁਣ ਤੁਸੀਂ ਜਿਹੜਾ ਉਹ ਫਾਰਮੂਲੇ ਦੀ ਗੱਲ ਕਰ ਰਹੇ ਸੀ, ਤੁਸੀਂ ਸਾਂਝਾ ਕਰਨ ਦੀ ਗੱਲ ਕਰ ਰਹੇ ਸੀ, ਕਿਹੜਾ ਨੁਸਖਾ ਹੈ ਫਿਰ ਜਿਹੜਾ ਤੁਸੀਂ ਪਿਛਲੀ ਵਾਰ ਵੀ ਕਿਹਾ ਸੀ ਕਿ ਚਾਹੇ ਸ਼ੂਗਰ ਦਾ ਰੋਗ ਹੋਵੇ ਜਾਂ ਫਿਰ ਕੋਈ ਹੋਰ ਸਰੀਰਕ ਬਿਮਾਰੀਆਂ ਨਾਲ ਪੈਦਾ ਹੋਈ ਕਮਜ਼ੋਰੀ ਹੈ ਜਿਹੜੀ ਉਸ ਨੂੰ ਚੁਟਕੀ ਵਾਂਗੂ ਤਾਂ ਅਸੀਂ ਨਹੀਂ ਕਹਿ ਸਕਦੇ ਕਿਉਂਕਿ ਅੱਜ ਕੱਲ੍ਹ ਚੁਟਕੀ ਵਾਲਾ ਮਾਹੌਲ ਚੱਲਿਆ, ਕਿੰਨੀ ਕੁ ਦੇਰ ਫਿਰ ਜਿਹੜਾ ਉਹ ਫਾਰਮੂਲਾ ਹੈ, ਕੀ ਫਾਰਮੂਲਾ ਔਰ ਕਿੰਨੇ ਟਾਈਮ 'ਚ ਕੰਮ ਕਰਨਾ ਸ਼ੁਰੂ ਕਰਦਾ ਹੈ? ਦੇਖੋ ਜੀ, ਫਾਰਮੂਲਾ ਦੇ ਬਹੁਤ ਵਧੀਆ ਹੈਗਾ, ਸਾਡੇ ਤੋਂ ਯੂਨੀਕ ਫਾਰਮੂਲਾ ਹੈਗਾ ਜਿਹਦੀ ਕਿ ਕੰਪੋਜੀਸ਼ਨ ਤੁਸੀਂ ਸੋਚ ਵੀ ਨਹੀਂ ਸਕਦੇ ਵੀ ਕਿੰਨੇ ਬੈਨੀਫਿਟ ਲਾ ਸਕਦੇ। ਜਿਹਨੂੰ ਆਪਾਂ ਕਹਿ ਦਿੰਦਾ ਬੰਦਾ ਬਿਲਕੁਲ ਜਿਹੜਾ ਡੈੱਡ ਹੋਇਆ ਹੁੰਦਾ, ਸ਼ੂਗਰ ਕਰਕੇ ਹੋਇਆ ਹੋਏ, ਬਚਪਨ ਵਿੱਚ ਕੀਤੀ ਹੱਥ ਰੱਸੀ ਕਰਕੇ ਹੋਇਆ ਹੋਏ, ਜਾਂ ਕੋਈ ਵੀ ਤਰੀਕੇ ਨਾਲ ਹੋਇਆ ਹੋਏ, ਮੇ ਬੀ ਕੋਈ ਇੰਜਰੀ ਹੋ ਜਾਂਦੀ ਹੈ, ਐਕਸੀਡੈਂਟ ਹੋ ਜਾਂਦਾ, ਕਿਸੇ ਵੇਲੇ ਕੋਈ ਵੱਡਾ ਆਪਰੇਸ਼ਨ ਹੋ ਜਾਂਦਾ, ਜਾਂ ਕਿਸੇ ਵੀ ਕਾਰਨ ਨਾਲ ਬੰਦਾ ਜਿਹੜਾ ਇੰਪੋਟੈਂਟ ਹੋ ਗਿਆ, ਜਿਹੜਾ ਬਿਲਕੁਲ ਡੈੱਡ ਹੋ ਗਿਆ, ਉਹਨੂੰ ਆਪਾਂ ਬਿਲਕੁਲ ਨਵੇਂ ਸਿਰਿਓਂ ਠੀਕ ਕਰ ਸਕਦੇ ਹਾਂ। ਪਰ ਇਹ ਵੀ ਉਹ ਫਾਰਮੂਲਾ ਮੈਂ ਜਰਨਲੀ ਤਾਂ ਨਹੀਂ ਦੱਸਣ ਤੋਂ ਥੋੜ੍ਹਾ ਜਿਹਾ ਅਵਾਇਡ ਕਰਦਾ ਵਾਂ, ਕਿਉਂਕਿ ਪਤਾ ਹੀ ਗੱਲ ਹੈ, ਮੇਰੇ ਵੀਰ ਭਰਾ ਕਈ ਉਹ ਸੁਣੇ ਬਿਨਾਂ, ਸਮਝੇ ਬਿਨਾਂ, ਉਹਨੂੰ ਡਾਇਗਨੋਜ਼ ਕੀਤੇ ਬਿਨਾਂ ਉਹ ਇੰਪਲੀਮੈਂਟ ਕਰਨਗੇ। ਮੈਂ ਚਾਹੁੰਦਾ ਨਹੀਂ ਵੀ ਮੇਰੇ ਦੱਸੇ ਫਾਰਮੂਲੇ ਕਰਕੇ
ਵੀ ਕਿਸੇ ਦਾ ਕੋਈ ਨੁਕਸਾਨ ਹੋ ਜੇ, ਕਿਉਂਕਿ ਦੇਖੋ ਮੌਸਮ ਵੀ ਡਿਪੈਂਡ ਕਰਦਾ, ਉਹਦੇ ਵਿੱਚ ਏਜ ਵੀ ਡਿਪੈਂਡ ਕਰਦੀ ਹੈ, ਉਹਦੀ ਮਕਦਾਦ ਜਿਹੜੀ ਹੈ ਉਹ ਵੈਰੀ ਕਰਦੀ ਹੈ ਡਿਫਰੈਂਟ। ਹਰ ਇੱਕ ਬੰਦੇ ਨੂੰ ਇੱਕੋ ਮਕਦਾਦ, ਜਿੱਦਾਂ ਹੁਣ ਤੁਹਾਨੂੰ ਮੇਰੇ ਕੱਪੜੇ ਪੂਰੇ ਨਹੀਂ ਆਣੇ, ਮੈਨੂੰ ਤੁਹਾਡੇ ਕੱਪੜੇ ਨਹੀਂ ਪੂਰੇ ਆਣੇ, ਇੱਦਾਂ ਹੀ ਹਰ ਇੱਕ ਪੇਸ਼ੈਂਟ ਲਈ ਵੈਰੀ ਕਰਦੀ ਹੈ। ਸੋ ਮੈਂ ਵੇਖਣ ਵਾਲਿਆਂ ਨੂੰ ਬੇਨਤੀ ਕਰਾਂਗਾ ਵੀ ਆਪਣੇ ਟੈਸਟ ਕਰਾ ਕੇ ਉਹਦੀਆਂ ਰਿਪੋਰਟਾਂ ਮੈਨੂੰ ਭੇਜੋ। ਮੈਂ ਉਹ ਫਾਰਮੂਲਾ ਦੱਸਣ ਲਈ, ਡਿਸਕਲੋਜ਼ ਕਰਨ ਲਈ ਤਿਆਰ ਹਾਂ, ਬਟ ਉਹਦੇ ਲਈ ਸ਼ਰਤ ਇਹ ਵੇ ਕਿ ਮੇਰੇ ਕੋਲ ਤੁਹਾਡੀਆਂ ਰਿਪੋਰਟਾਂ ਆਉਣੀਆਂ ਚਾਹੀਦੀਆਂ, ਤੁਹਾਡੀ ਮੈਨੂੰ ਏਜ ਗਰੁੱਪ ਦਾ ਪਤਾ ਹੋਣਾ ਚਾਹੀਦਾ, ਦੈਨ ਮੈਂ ਉਹ ਫਾਰਮੂਲਾ ਤੁਹਾਨੂੰ ਪਰਸਨਲੀ ਦੇਵਾਂਗਾ, ਕੋਈ ਇੱਦਾਂ ਦੀ ਗੱਲ ਨਹੀਂ। ਜੀ। ਅੱਛਾ, ਫਿਰ ਇੱਕ ਹੋਰ ਬੜਾ ਅਹਿਮ ਇੱਥੇ ਸਵਾਲ ਇਹ ਬਣਦਾ ਹੈ ਕਿ ਵੈਦ ਜੀ, ਜਿਹੜੇ ਲੋਕ ਨੇ ਉਹ ਅਕਸਰ ਇੱਦਾਂ ਸੋਚ ਲੈਂਦੇ ਨੇ ਕਿ ਜੀ ਅਸੀਂ ਤੇ ਹੁਣ ਸਾਨੂੰ ਸ਼ੂਗਰ ਹੋ ਗਈ ਹੈ, ਸਾਨੂੰ ਬਿਮਾਰੀ ਹੋ ਗਈ ਹੈ, ਤੇ ਹੁਣ ਤੇ ਬਈ ਸਾਡੀ ਜ਼ਿੰਦਗੀ ਹੈ ਜਿਹੜੀ ਉਹ ਕੰਢੇ ਹੈ, ਕੋਈ ਸਾਡੀ ਜ਼ਿੰਦਗੀ ਦੇ ਵਿੱਚ ਰਸ ਨਹੀਂ ਰਿਹਾ, ਕੋਈ ਸਾਡੀ ਜ਼ਿੰਦਗੀ ਜਿਉਣ ਦਾ ਫਾਇਦਾ ਨਹੀਂ। ਹਾਲਾਤ ਇਹ ਬਣ ਜਾਂਦੇ ਨੇ ਕਿ ਕਈ ਵਾਰ ਉਹ ਬਹੁਤ ਪੁੱਠਾ ਸੋਚਣ ਲੱਗ ਜਾਂਦਾ ਹੈ, ਤੇ ਫਿਰ ਉਹਨਾਂ ਲਈ ਕੋਈ ਰਾਹ ਤੁਹਾਡੇ ਕੋਲ ਬਚਦਾ ਹੈ? ਦੇਖੋ ਫਰੂਕੀ ਸਾਹਿਬ, ਕੋਈ ਵੀ ਚੀਜ਼ ਨਾ, ਉਹ ਕਹਿੰਦੇ ਨਾ ਐਂਡ ਆਫ ਦਾ ਰੋਡ ਕੁਛ ਨਹੀਂ ਹੁੰਦਾ। ਜਦੋਂ ਤੱਕ ਤੁਹਾਡੀ ਇੱਕ ਪੋਜ਼ਿਟਿਵ ਐਟੀਟਿਊਡ ਹੈ ਤੁਹਾਡੇ ਕੋਲ, ਤੁਹਾਡਾ ਦਿਮਾਗ ਚੰਗੇ ਪਾਸੇ ਚੱਲਦਾ ਪਿਆ, ਉਦੋਂ ਤੱਕ ਕੋਈ ਵੀ ਮਸਲਾ ਐਡਾ ਵੱਡਾ ਨਹੀਂ ਹੁੰਦਾ ਜਿਹੜਾ ਹੱਲ ਨਾ ਹੋ ਸਕੇ। ਸੋ ਮੇਰੀ ਦੇਖਣ ਵਾਲਿਆਂ ਨੂੰ ਬੇਨਤੀ ਹੈ ਵੀ ਬਜਾਏ ਕਿ ਆਪਾਂ ਨੈਗੇਟਿਵ ਥੋਟ ਮਨ 'ਚ ਲੈ ਕੇ ਆਉਣ ਨੂੰ, ਮੇਰੀ ਜ਼ਿੰਦਗੀ ਖਰਾਬ ਹੋ ਗਈ ਜਾਂ ਮੈਂ ਆਪਣੇ ਪਾਰਟਨਰ ਲਈ ਅਨਫਿਟ ਹੋ ਗਿਆ, ਬਜਾਏ ਤੁਸੀਂ ਆਪਣੇ ਪਾਰਟਨਰ ਮੂਹਰੇ ਕੋਈ ਨਵਾਂ ਰੋਜ਼ ਐਕਸਕਿਊਜ਼ ਲੈ ਕੇ ਜਾਣ ਦੇ, ਅਗਲੇ ਦੇ ਵੀ ਦਿਮਾਗ ਦੇ ਵਿੱਚ ਇੱਕ ਸ਼ੱਕ ਜਾਂਦਾ ਕਿ ਪਤਾ ਨਹੀਂ ਇਹਨੇ ਬਾਹਰ ਕੋਈ ਹੋਰ ਨਾ ਰੱਖਿਆ ਹੋਏ ਵੀ ਜਿਹਦੇ ਨਾਲ ਇਹ ਕਰਕੇ ਆਂਦਾ ਪ੍ਰੋਗਰਾਮ, ਤੇ ਘਰ ਆ ਕੇ ਬਹਾਨੇ ਲਾਈ ਜਾਂਦਾ। ਤੇ ਇਹ ਚੀਜ਼ਾਂ ਜਿਹੜੀਆਂ ਨਾ ਖੁੱਲ੍ਹ ਕੇ ਤੁਸੀਂ ਡਿਸਕਲੋਜ਼ ਕਰੋ, ਆਪਣੇ ਪਾਰਟਨਰ ਨਾਲ ਬਹਿ ਕੇ ਡਿਸਕਸ ਕਰੋ ਵੀ ਇਹ ਪ੍ਰੋਬਲਮ ਇੱਦਾਂ ਦੀ ਆ ਗਈ ਹੈ। ਸਭ ਤੋਂ ਪਹਿਲਾਂ ਤਾਂ ਵਹਿਮਾਂ ਭਰਮਾਂ 'ਚ ਪੈਣ ਦੀ ਬਜਾਏ ਤੁਸੀਂ ਆਪਣੇ ਲੈਬੋਰਟਰੀ ਦੇ ਟੈਸਟ ਕਰਾਓ। ਲੈਬੋਰਟਰੀ ਟੈਸਟ ਕਰਾਉਣ ਨਾਲ ਤੁਹਾਨੂੰ ਆਪਣੇ ਆਪ ਨੂੰ ਮੇਕ ਸ਼ੋਰ ਹੋ ਜਾਏਗਾ ਵੀ ਮੈਨੂੰ ਪ੍ਰੋਬਲਮ ਕੀ ਹੈਗੀ ਹੈ ਅਤੇ ਉਹਦਾ ਆਪਾਂ ਹੱਲ ਕਿੱਦਾਂ ਕੱਢਣਾ। ਦੂਜੇ ਨੰਬਰ 'ਤੇ ਆਹ ਹੈ ਵੀ ਕਿਸੇ ਵੀ ਤੁਸੀਂ ਵੈਦ ਨਾਲ ਜੇ ਸੰਪਰਕ ਕਰਦੇ ਹੋ ਜਾਂ ਡਾਕਟਰ ਨਾਲ, ਮੈਂ ਇਹ ਨਹੀਂ ਕਹਿੰਦਾ ਵੀ ਦੁਨੀਆ ਦੇ ਵਿੱਚ ਸਭ ਤੋਂ ਵਧੀਆ ਵੈਦ ਮੈਂ ਹੀ ਹਾਂ ਜਾਂ ਮੇਰੇ ਤੋਂ ਉੱਤੇ ਕੋਈ ਹੈ ਨਹੀਂ ਜਾਂ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਤੁਸੀਂ ਜਿਹਦੇ ਨਾਲ ਵੀ ਜਾ ਕੇ ਇਲਾਜ ਲਈ ਸੰਪਰਕ ਕਰਦੇ ਹੋ, ਤੁਹਾਡਾ ਇਹ ਰਾਈਟ ਬੰਦਾ, ਤੁਸੀਂ ਉਹਨੂੰ ਪੁੱਛੋ ਵੀ ਤੁਸੀਂ ਮੇਰੀ ਰਿਪੋਰਟ ਦੇ ਵਿੱਚ ਕੀ ਦੇਖਿਆ, ਤੁਸੀਂ ਇਲਾਜ ਕਿੱਦਾਂ ਕਰਨਾ, ਕਿੰਨਾ ਟਾਈਮ ਇਲਾਜ ਚੱਲੇਗਾ, ਕੀ ਗੱਲਬਾਤ, ਸਾਰਾ ਕੁਝ ਪਤਾ ਲੱਗੇਗਾ। ਦੈਨ ਤੁਸੀਂ ਉਹਦੇ ਕੋਲ ਟਰੀਟਮੈਂਟ ਕਰਾਓ। ਅੱਖਾਂ ਬੰਦ ਕਰਕੇ 6 ਮਹੀਨੇ ਸਾਲ ਕਿਸੇ ਕੋਲ ਦਵਾਈ ਨਾ ਖਾਓ, ਕਿਉਂਕਿ ਜਿਹੜੀ ਦਵਾਈ ਨੇ ਤੁਹਾਨੂੰ 1 ਮਹੀਨਾ ਨਹੀਂ ਨਾ ਐਟਲੀਸਟ ਫਾਇਦਾ ਕੀਤਾ, 1 ਮਹੀਨਾ ਦੇਖ ਲਓ, 1 ਮਹੀਨਾ ਬਹੁਤ ਟਾਈਮ ਹੁੰਦਾ। ਜੇ 1 ਮਹੀਨਾ ਵੀ ਉਹਨੇ ਇਲਾਜ ਨੇ ਤੁਹਾਨੂੰ ਕੋਈ ਬੈਨੀਫਿਟ ਨਹੀਂ ਦਿੱਤਾ, ਸਮਝੋ ਇਲਾਜ ਜਿਹੜਾ ਤੁਹਾਡਾ ਰਾਈਟ ਡਾਇਰੈਕਸ਼ਨ ਦੇ ਵਿੱਚ ਨਹੀਂ ਚੱਲ ਰਿਹਾ, ਉਹ ਇਲਾਜ ਤੁਹਾਡਾ ਗਲਤ ਚੱਲ ਰਿਹਾ। ਉਹਨੂੰ ਉਸੇ ਵੇਲੇ ਉਹਨੂੰ ਸਟਾਪ ਕਰਕੇ ਕਿਸੇ ਹੋਰ ਦੇ ਨਾਲ ਕੰਸਲਟ ਕਰੋ। ਜੀ। ਅੱਛਾ, ਇੱਕ ਗੱਲ ਹੋਰ ਹੈਗੀ ਹੈ, ਕਿਉਂਕਿ ਇੱਥੇ ਅਸੀਂ ਉਹਨਾਂ ਲੋਕਾਂ ਦੀਆਂ ਸ਼ਕਲਾਂ ਨਹੀਂ ਦਿਖਾ ਸਕਦੇ ਜਿਨ੍ਹਾਂ ਦੀ ਜ਼ਿੰਦਗੀ ਤੁਸੀਂ ਬਦਲ ਦਿੱਤੀ ਹੈ, ਉਹਨਾਂ ਨਾਲ ਅਸੀਂ ਮੁਲਾਕਾਤ ਨਹੀਂ ਕਰਵਾ ਸਕਦੇ ਕਿਉਂਕਿ ਬੜਾ ਪ੍ਰਾਈਵੇਟ ਮਾਮਲੇ ਇੱਦਾਂ ਦੇ ਹੁੰਦੇ ਨੇ। ਅਤੇ ਤੁਹਾਡੀ ਲਾਈਫ ਦੇ ਵਿੱਚ ਜਾਂ ਤੁਹਾਡੇ ਤਜਰਬੇ ਦੇ ਵਿੱਚ ਇੱਦਾਂ ਦੇ ਕੇਸ ਵੀ ਆਏ ਹੋਣਗੇ ਜਿਸ ਤੋਂ ਤੁਹਾਨੂੰ ਲੱਗਿਆ ਹੋਊਗਾ ਕਿ ਯਾਰ ਇਹ ਕੇਸ ਤਾਂ ਮੈਂ ਵੀ ਹੈਂਡਲ ਨਹੀਂ ਕਰ ਸਕਦਾ, ਪਰ ਤੁਹਾਡੇ ਨੁਸਖੇ ਨੇ ਬੜਾ ਦਮਦਾਰ ਕੰਮ ਕੀਤਾ ਹੋਵੇ? ਫਰੂਕੀ ਸਾਹਿਬ, ਤੁਸੀਂ ਸੁਣ ਕੇ ਸੋਚ ਕੇ ਹੈਰਾਨ ਹੋ ਜਾਓਗੇ ਕਿ ਇੱਕ ਪੇਸ਼ੈਂਟ ਆਇਆ ਮੇਰੇ ਕੋਲ, ਉਹ ਇਸ ਵੇਲੇ ਮਤਲਬ ਇੰਨੀ ਬੁਰੀ ਹਾਲਤ 'ਚ ਮੇਰੇ ਕੋਲ ਆਏ ਵੀ ਜਦੋਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਅਗਲੇ ਨੇ 2 ਜਾਂ 3 ਵਾਰੀ ਸੁਸਾਈਡ ਅਟੈਂਪਟ ਕਰ ਲਿਆ, ਵੀ ਉਹਨੂੰ ਇੰਨਾ ਜ਼ਿਆਦਾ ਮਤਲਬ ਨੈਗੇਟਿਵਿਟੀ ਉਹਦੇ ਮਾਈਂਡ ਦੇ ਵਿੱਚ ਆ ਗਈ। ਸਭ ਤੋਂ ਪਹਿਲਾਂ ਤਾਂ ਜੀ ਪੇਸ਼ੈਂਟ ਠੀਕ ਕਰਨ ਲਈ ਜਿਹੜਾ ਇੱਕ ਪੋਜ਼ੀਟਿਵ ਐਟੀਟਿਊਡ ਹੋਣਾ ਬਹੁਤ ਜ਼ਰੂਰੀ ਹੈ। ਮੈਨੂੰ ਚੈਲੰਜ ਲੈਣਾ ਪਸੰਦ ਹੈ ਲਾਈਫ ਦੇ ਵਿੱਚ, ਮੈਂ ਬਹੁਤ ਸਾਰੇ ਚੈਲੰਜ ਹੱਸ ਕੇ ਲੈਂਦਾ ਵਾਂ, ਕਿਉਂਕਿ ਮੈਂ ਕਹਿੰਦਾ ਵਾਂ ਵੀ ਇੱਕ ਵਾਰੀ ਟਰਾਈ ਕਰਨ ਦੇ ਵਿੱਚ ਕੋਈ ਹਰਜ ਨਹੀਂ, ਕਿਉਂਕਿ ਬੰਦਾ ਬੇਉਮੀਦਾਂ ਤੇ ਹੋਇਆ ਹੀ ਪਿਆ ਸਭ ਕੁਝ, ਤੇ ਉਹਨੂੰ ਆਪਣੀ ਹੋਪ ਤੇ ਉਹ ਗਵਾ ਹੀ ਚੁੱਕਾ। ਜੇ ਮੈਂ ਵੀ ਆਪਣੀ ਹੋਪ ਗਵਾ ਕੇ ਬਹਿ ਜਾਵਾਂਗਾ ਤੇ ਇਹਨੂੰ ਠੀਕ ਕੌਣ ਕਰੇਗਾ? ਫਿਰ ਅਸੀਂ ਮਹਾਰਾਜ ਦਾ ਓਟ ਆਸਰਾ ਲੈ ਕੇ ਮਹਾਰਾਜ ਦੇ ਅੱਗੇ ਹੱਥ ਜੋੜ ਕੇ, ਜੋ ਵੀ ਕਰਨ ਵਾਲਾ ਪ੍ਰਮਾਤਮਾ ਕਰਨ ਵਾਲਾ ਜੀ, ਮੈਂ ਕੋਈ ਨਹੀਂ ਹੁੰਦਾ ਕਰਨ ਵਾਲਾ ਜੀ। ਤੇ ਅਸੀਂ ਉਹਨੂੰ ਸਭ ਤੋਂ ਪਹਿਲਾਂ ਇੱਕ ਉਹਦਾ ਕਾਉਂਸਲਿੰਗ ਦਾ ਸੈਸ਼ਨ ਜਿਹੜਾ ਉਹ ਸ਼ੁਰੂ ਕਰੀਦਾ। ਉਹਨੂੰ ਕਹੀਦਾ ਵੀ ਸਾਰੇ ਔਰਗਨ ਜਿਹੜੇ ਰੱਬ ਨੇ ਤੈਨੂੰ ਬਰਾਬਰ ਲਾ ਕੇ ਭੇਜੇ, ਠੀਕ ਹੈ, ਉਹਦੇ ਵਿੱਚ ਜੇ ਕਿਸੇ ਔਰਗਨ ਦੇ ਵਿੱਚ ਪ੍ਰੋਬਲਮ ਆ ਗਈ ਦੈਨ ਉਹਦਾ ਕੋਈ ਨਾ ਕੋਈ ਇਲਾਜ ਵੀ ਹੋਏਗਾ, ਕੋਈ ਹੱਲ ਵੀ ਹੋਏਗਾ। ਇੱਦਾਂ ਹੌਲੀ ਹੌਲੀ ਉਹਨੂੰ ਇੱਕ, ਜਦੋਂ ਤੱਕ ਤੁਸੀਂ ਉਹਨੂੰ ਮੈਂਟਲੀ ਨਹੀਂ ਨਾ ਮੋਟੀਵੇਟ ਕਰਦੇ, ਉਦੋਂ ਤੱਕ ਕਿਸੇ ਵੀ ਦਵਾਈ ਨੇ ਉਹਨੂੰ ਅਸਰ ਨਹੀਂ ਕਰਨਾ। ਫਿਰ ਉਹਦੀਆਂ ਰਿਪੋਰਟਾਂ ਉਹਦੇ ਮੂਹਰੇ ਲਿਆ ਕੇ ਰੱਖੀ ਦੀਆਂ ਵੀ ਆਹ ਰਿਪੋਰਟਾਂ ਨੇ ਤੇਰੀਆਂ, ਇੱਦਾਂ ਦੀਆਂ ਰਿਪੋਰਟਾਂ ਅੱਗੇ ਆਪਾਂ ਜਿਹੜੇ ਪੇਸ਼ੈਂਟ ਨੇ ਠੀਕ ਕੀਤੇ ਹੋਏ ਨੇ। ਸੋ ਇੱਦਾਂ ਕਰਕੇ ਹੌਲੀ ਹੌਲੀ ਕਰਕੇ ਜਦੋਂ ਆਪਾਂ ਉਹਦਾ ਇਲਾਜ ਚਲਾਇਆ, ਮੈਨੂੰ ਉਮੀਦ ਸੀਗੀ ਵੀ ਮੈਨੂੰ ਇਹਨੂੰ ਠੀਕ ਕਰਦਿਆਂ ਘੱਟੋ ਘੱਟ 8-9 ਮਹੀਨੇ ਲੱਗ ਜਾਣਗੇ, ਬਟ ਬੜੀ ਫਾਸਟ ਉਹਦੀ ਜਿਹੜੀ ਰਿਕਵਰੀ ਸ਼ੁਰੂ ਹੋ ਗਈ। 3 ਤੋਂ 4 ਮਹੀਨਿਆਂ ਵਿੱਚ ਉਹ ਇਸ ਵੇਲੇ ਬਿਲਕੁਲ ਆਪਣੀ ਮੈਰਿਡ ਲਾਈਫ ਨੂੰ ਵਧੀਆ ਤਰੀਕੇ ਨਾਲ ਇੰਜੋਏ ਕਰ ਰਹੇ ਨੇ। ਅਤੇ ਆਪਾਂ ਨੂੰ ਸੁਣ ਕੇ ਸੋਚ ਕੇ ਬੜੀ
ਅੰਦਰੋਂ ਇੱਕ ਸੈਟੀਸਫੈਕਸ਼ਨ ਮਿਲਦੀ ਹੈ ਵੀ ਅਸੀਂ ਜੋ ਕੰਮ ਕਰ ਰਹੇ ਹਾਂ ਆਪਣੇ ਬਿਲਕੁਲ ਤਰੀਕੇ ਨਾਲ ਕਰ ਰਹੇ ਹਾਂ, ਅਤੇ ਸਾਡਾ ਜਿਹੜਾ ਮਹਾਰਾਜ ਸਾਡਾ ਬਹੁਤ ਸਾਥ ਦਿੰਦੇ ਪਏ ਨੇ, ਰੱਬ ਸਾਡਾ ਬਹੁਤ ਸਾਥ ਦਿੰਦਾ ਪਿਆ, ਅਤੇ ਆਪਾਂ ਬੜੇ ਆਪਣੇ ਪ੍ਰੋਫੈਸ਼ਨ ਦੇ ਵਿੱਚ ਸੈਟੀਸਫਾਈਡ ਹਾਂ। ਅੱਛਾ, ਇੱਕ ਗੱਲ ਹੋਰ ਦੱਸੋ, ਜਿਹੜਾ ਇੱਕ ਜੋੜਾ ਤੁਹਾਡੇ ਕੋਲ ਬੈਠਾ ਸੀ, ਇਹ ਜੋੜੇ ਦੀ ਕੀ ਕਹਾਣੀ ਹੈ? ਬੜੀ ਖੁਸ਼ ਸੀ ਅੱਜ ਉਹ। ਫਰੂਕੀ ਸਾਹਿਬ, ਮੈਂ ਜਦੋਂ ਫਸਟ ਟਾਈਮ ਇਹਨਾਂ ਨੂੰ ਮਿਲਿਆ ਨਾ, ਇਹ ਜੋੜਾ ਤੁਹਾਨੂੰ ਅੱਜ ਖੁਸ਼ ਲੱਗਦਾ ਪਿਆ ਸੀ ਨਾ, ਤੁਸੀਂ ਮੈਨੂੰ ਵੀ ਬੜੀ ਖੁਸ਼ੀ ਹੋਈ ਵੀ ਉਹਨਾਂ ਨੂੰ ਦੇਖ ਕੇ ਖੁਸ਼, ਅਤੇ ਉਹ ਦੋਨੋਂ ਵਿਚਾਰੇ ਧੰਨਵਾਦ ਹੀ ਕਰਨ ਆਏ ਸੀ। ਅੱਜ ਦਵਾਈ ਲੈਣ ਨਹੀਂ ਸੀ ਆਏ, ਇਹਨਾਂ ਨੇ ਮਨ ਬਣਾ ਲਿਆ ਸੀਗਾ ਅੱਡ ਹੋਣ ਦਾ, ਡਿਵੋਰਸ ਲੈਣ ਦਾ, ਕਿਉਂਕਿ ਬੜੇ ਨਾ ਖੁਸ਼ ਰਹਿਣ ਲੱਗ ਪਏ। ਸਭ ਤੋਂ ਪਹਿਲਾਂ ਤਾਂ ਮੈਂ ਗੱਲ ਇਹਨਾਂ ਨਾਲ ਇਹ ਕੀਤੀ ਵੀ ਮਤਲਬ ਤੁਸੀਂ ਆਪਣੇ ਪਾਰਟਨਰ ਨੂੰ ਇਹ ਚੀਜ਼ ਡਿਸਕਲੋਜ਼ ਕਰੋ। ਕੋਈ ਖਾਸ ਵੱਡੀ ਪ੍ਰੋਬਲਮ ਵੀ ਨਹੀਂ ਸੀ ਹੈਗੀ ਇਹਨਾਂ ਦੀ, ਸਿਰਫ ਉਹਨੂੰ ਮੁੰਡੇ ਨੂੰ ਗਰਮੀ ਪਈ ਸੀ, ਗਰਮੀ ਪੈਣ ਕਰਕੇ ਉਹ ਜਿਹੜਾ ਬਿਲਕੁਲ ਅਨਏਬਲ ਟੂ ਪਰਫਾਰਮ ਹੋ ਗਿਆ ਸੀ, ਮਤਲਬ ਧਾਂਤ ਪੈਂਦੀ ਸੀ, ਉਹਨਾਂ ਨੂੰ ਡੈੱਡ ਹੋ ਗਏ ਸੀ। ਅਤੇ ਉਹਦਾ ਆਪਾਂ ਟਰੀਟਮੈਂਟ ਕਰਾਉਣ ਲਈ ਸਭ ਤੋਂ ਪਹਿਲਾਂ ਜਦੋਂ ਉਹਦੇ ਸਪਰਮ ਕਾਊਂਟ ਦਾ ਜ਼ਿਕਰ ਕੀਤਾ, ਅਤੇ ਉਹ ਮੋਰ ਦੈਨ ਜਿੰਨੇ ਚਾਹੀਦੇ ਨੇ ਉਹਨਾਂ ਨਾਲੋਂ ਜ਼ਿਆਦਾ ਸੀਗੇ, ਅਤੇ ਉਹੀ ਉਹਦੀ ਪਾਰਟਨਰ ਨੂੰ ਗੱਲ ਸਮਝਾਈ ਵੀ ਸਾਰਾ ਕੁਝ ਨੋਰਮਲ ਹੈ, ਸਿਰਫ ਗਰਮੀ ਪਈ ਹੈ, 2 ਤੋਂ 2.5 ਮਹੀਨਿਆਂ ਵਿੱਚ ਜਿਹੜਾ ਮੈਂ ਤੂੰ ਕਾਹਲੀ ਨਾ ਪੈ ਵੀ ਇਹਨੇ ਹੋ ਜਾਣਾ ਤੰਦਰੁਸਤ, ਕੋਈ ਇੱਦਾਂ ਦੀ ਗੱਲ ਨਹੀਂ ਹੈਗੀ। ਉਹੀ ਗੱਲ ਹੋਈ ਵੀ ਵਿਦ ਦਾ ਪੈਸੇਜ ਆਫ ਟਾਈਮ, ਜਿੱਦਾਂ ਉਹਨੂੰ ਟਾਈਮ ਦਾ ਦੱਸਿਆ ਸੀਗਾ, ਉਹ 1.5 ਮਹੀਨੇ ਵਿੱਚ ਬੰਦਾ ਬਿਲਕੁਲ ਫਿੱਟ ਹੋ ਗਿਆ, ਅਤੇ ਉਹ ਹੁਣ ਅੱਜ ਕੱਲ੍ਹ ਬੜੇ ਖੁਸ਼ ਨੇ, ਤੁਹਾਡੇ ਸਾਹਮਣੇ ਤੁਹਾਨੂੰ ਦੇਖ ਕੇ ਗਏ ਨੇ। ਹਾਂਜੀ, ਆਹ ਗੱਲ ਹੈ ਜੀ। ਜੀ ਜੀ। ਅੱਛਾ, ਅਤੇ ਫਿਰ ਇਹ ਤਾਂ ਰਹੀ ਸ਼ੂਗਰ ਪੇਸ਼ੈਂਟਾਂ ਦੀ ਜਿਹੜੀ ਤੁਸੀਂ ਫਾਰਮੂਲਾ ਡਿਸਕਲੋਜ਼ ਕਰਨ ਦੀ ਗੱਲ ਕਹਿ ਰਹੇ ਵੀ ਜਿਹੜਾ ਵੀ ਤੁਹਾਨੂੰ ਫੋਨ 'ਤੇ ਰਾਬਤਾ ਕਰੇਗਾ ਤੁਸੀਂ ਉਹਨਾਂ ਨਾਲ ਗੱਲਬਾਤ ਕਰਕੇ ਅਕੋਰਡਿੰਗਲੀ ਤੁਸੀਂ ਉਹਨਾਂ ਨੂੰ ਸਮਝਾਓਗੇ। ਅਤੇ ਇੱਕ ਹੋਰ ਬੜਾ ਟਰੈਂਡ ਹੈ ਵੈਦ ਜੀ, ਬੜਾ ਮਾੜਾ ਟਰੈਂਡ ਸਾਡੇ ਸਮਾਜ ਦੇ ਵਿੱਚ ਚੱਲਿਆ ਹੈ, ਜਿਹੜੇ ਮੁੰਡੇ ਕੁੜੀਆਂ ਨੂੰ ਸਮਲੈਂਗਿਕਤਾ ਵੱਲ ਨੂੰ ਬੜੇ ਜਾ ਰਹੇ ਨੇ। ਉਹਦਾ ਕੀ ਕਾਰਨ ਹੈ? ਉਹ ਵਾਲੇ ਪਾਸੇ ਨੂੰ ਜਿਹੜੇ ਇੰਟਰਸਟ ਜਿਨ੍ਹਾਂ ਦਾ ਬਣ ਰਿਹਾ ਹੈ, ਅਤੇ ਉਹਨੂੰ ਘਟਾਉਣ ਵਾਲਾ ਕੋਈ ਫਾਰਮੂਲਾ, ਕੋਈ ਨੁਸਖਾ ਤੁਹਾਡੇ ਕੋਲ? ਬਿਲਕੁਲ ਜੀ ਹੈਗਾ, ਫਾਰਮੂਲਾ ਤਾਂ ਹੈਗਾ ਜੀ। ਇਹ ਹੈਗਾ ਸਭ ਤੋਂ ਜ਼ਿਆਦਾ ਨਾ ਮਾਈਂਡ ਗੇਮ ਹੈ। ਮੈਨੂੰ ਕਹਿਣ ਲੱਗਿਆ ਇਸ ਵੇਲੇ ਦੁੱਖ ਵੀ ਹੁੰਦਾ ਪਿਆ, ਸ਼ਰਮ ਵੀ ਆਉਂਦੀ ਥੋੜ੍ਹੀ ਜਿਹੀ ਵੀ ਜਿਹੜੇ ਸਾਡੇ ਬੱਚੇ ਨੇ, ਜਵਾਕ ਨੇ, ਉਹ ਇੱਦਾਂ ਦੀਆਂ ਗ੍ਰਿਤੀਆਂ ਵਾਲੇ ਪਾਸੇ ਤੁਰ ਪਏ ਨੇ। ਇਹਦਾ ਇੱਕ ਬਹੁਤ ਵੱਡਾ ਜਿਹੜਾ ਰੀਜ਼ਨ ਹੈ ਨਾ, ਉਹ ਹੈਗਾ ਵੀ ਜਿਹੜੀ ਐਜੂਕੇਸ਼ਨ ਬਚਪਨ ਦੇ ਵਿੱਚ ਬੱਚਿਆਂ ਨੂੰ ਆਪਾਂ ਨੂੰ ਦੇਣੀ ਚਾਹੀਦੀ ਆਪ, ਉਹ ਆਪਾਂ ਨਹੀਂ ਦੇ ਰਹੇ। ਮੋਸਟਲੀ ਜਿਹੜੇ ਬੱਚੇ ਨੇ, ਜਿਹੜੇ ਇਸ ਪਾਸੇ ਮੁੰਡੇ ਤੁਰੇ ਫਿਰਦੇ ਨੇ, ਉਹ ਇਸੇ ਲਈ ਤੁਰੇ ਫਿਰਦੇ ਨੇ ਵੀ ਉਹ ਕਿਸੇ ਕੁੜੀ ਦੇ ਕਾਬਲ ਰਹੇ ਨਹੀਂ। ਉਹ ਜਦੋਂ ਸੋਚਦੇ ਨੇ, ਉਹਨਾਂ ਦੇ ਸ਼ਿਕਾਰੀਆਂ ਛੁੱਟ ਜਾਂਦੀਆਂ। ਲਾਸਟ ਟਾਈਮ ਵੀ ਆਪਾਂ ਇਹੀ ਸੋਚਦੇ ਸੀਗੇ ਵੀ ਉਹ ਸੀਮਨ ਜਿਹੜਾ ਆਪਣੇ ਆਪ ਡਿਸਚਾਰਜ ਹੋ ਜਾਂਦਾ, ਸੋਚਦਿਆਂ ਹੀ ਕਰਦਿਆਂ ਹੀ, ਫਿਰ ਉਹਨਾਂ ਦੀ ਜਿਹੜੀ ਅਟਰੈਕਸ਼ਨ ਹੈ ਉਹ ਇਸ ਪਾਸੇ ਨੂੰ ਬਣ ਜਾਂਦੀ ਹੈ। ਜੀ ਜੀ। ਅਤੇ ਫਿਰ ਉਹ ਉਸ ਤਰ੍ਹਾਂ ਦੇ ਮਾਨਸਿਕਤਾ ਵਾਲੇ ਜਿਹੜੇ ਮੁੰਡੇ ਹੈਗੇ ਨੇ, ਜਾਂ ਉਸ ਤਰ੍ਹਾਂ ਦੀ ਮਾਨਸਿਕਤਾ ਵਾਲੇ ਜਿਹੜੇ ਨੌਜਵਾਨ ਵਰਗ ਹੈਗਾ, ਉਹ ਵੀ ਤੁਹਾਡੇ ਕੋਲ ਆ ਕੇ ਤੁਸੀਂ ਇੱਦਾਂ ਦਾ ਵੀ ਕੋਈ ਹੈ ਤੁਹਾਡੇ ਕੋਲ ਕੇਸ ਇੱਦਾਂ ਦਾ? ਬਹੁਤ ਸਾਰੇ ਕੇਸ ਹੈਗੇ ਨੇ ਜੀ। ਹੁਣ ਪਬਲਿਕਲੀ ਮੈਂ ਕਿਸੇ ਦਾ ਨਾਮ ਜਾਂ ਕਿਸੇ ਦਾ ਐਡਰੈਸ ਨਹੀਂ ਡਿਸਕਲੋਜ਼ ਕਰ ਸਕਦਾ, ਬਟ ਕਹਾਣੀ ਅਖੀਰ ਦੇ ਵਿੱਚ ਉਹੀ ਨਿਕਲਦੀ ਹੈ ਵੀ ਉਹ ਅਨਏਬਲ ਟੂ ਪਰਫਾਰਮ ਹੋ ਜਾਂਦੇ ਨੇ, ਬਿਲਕੁਲ ਨਾਮਰਦ ਹੋ ਜਾਂਦੇ ਨੇ। ਫਿਰ ਉਹ ਕਹਿੰਦੇ ਵੀ ਸਾਡੇ ਕੋਲ ਹੋਰ ਕੋਈ ਆਪਸ਼ਨ ਨਹੀਂ ਬਚਦੀ, ਵੀ ਆਪਾਂ ਨੂੰ ਇਸ ਪਾਸੇ ਅਟਰੈਕਟ ਹੋਣਾ ਪੈਂਦਾ, ਅਤੇ ਆਪਾਂ ਆਪਣਾ ਜੋ ਵੀ ਇੰਜੋਏਮੈਂਟ ਸਾਨੂੰ ਇਹਦੇ ਵਿੱਚ ਲੱਭਦੀ ਹੈ, ਅਤੇ ਆਪਾਂ ਫਿਰ ਇਸ ਕੰਮ 'ਚ ਪੈ ਜਾਂਦੇ ਹਾਂ। ਜਦੋਂ ਇੱਕ ਵਾਰੀ ਉਹਨਾਂ ਦਾ ਇਲਾਜ ਹੋ ਜਾਂਦਾ, ਜਦੋਂ ਠੀਕ ਹੋ ਜਾਂਦੇ ਨੇ, ਫਿਰ ਉਹਨਾਂ ਦਾ ਧਿਆਨ ਆਪਣੇ ਆਪ ਦੂਜੇ ਪਾਸੇ ਚੱਲ ਜਾਂਦਾ। ਜੀ ਜੀ ਜੀ, ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ। ਮੈਨੂੰ ਲੱਗਦਾ ਹੈ ਕਿ ਇਸ ਵਿਸ਼ੇ ਦੇ ਉੱਤੇ ਵੀ ਬੜੀ ਵਿਸਥਾਰ ਨਾਲ ਗੱਲਬਾਤ ਹੈ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜ਼ਰੂਰ ਤੁਹਾਡੇ ਨਾਲ ਕਰਾਂਗੇ। ਫਿਲਹਾਲ ਤੁਸੀਂ ਸਮਾਂ ਦਿੱਤਾ, ਔਰ ਬਹੁਤ ਅੱਛਾ ਜਿਹੜੀ ਤੁਸੀਂ ਗੱਲਬਾਤ ਰੱਖੀ ਹੈ, ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਸਾਡੇ ਨੌਜਵਾਨ ਵਰਗ ਨੂੰ, ਇਸ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਜੀ ਤੁਹਾਡਾ ਵੀ, ਅਤੇ ਹਕੀਕਤ ਟੀਵੀ ਪੰਜਾਬੀ ਦਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਟਾਈਮ ਕੱਢ ਕੇ ਆਏ। ਜੀ ਠੀਕ ਹੈ, ਬਹੁਤ ਸ਼ੁਕਰੀਆ ਜੀ, ਥੈਂਕ ਯੂ। ਸੋ ਇਹ ਸਨ ਵੈਦ ਹਰਸ਼ਵੀਰ ਸਿੰਘ, ਜਿਨ੍ਹਾਂ ਨੇ ਸਮਝਾਉਣ ਦੀ ਬੜੀ ਸਾਫ਼ ਸਪਸ਼ਟ ਸ਼ਬਦਾਂ ਦੇ ਵਿੱਚ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਸ਼ੂਗਰ ਦੇ ਪੇਸ਼ੈਂਟ ਨੇ ਜਾਂ ਫਿਰ ਹੋਰ ਕਿਸੇ ਬਿਮਾਰੀ ਕਰਕੇ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰਦੇ ਨੇ, ਸਾਰਾ ਦਿਨ ਥੱਕਿਆ ਥੱਕਿਆ ਮਹਿਸੂਸ ਕਰਦੇ ਨੇ, ਅਤੇ ਕਈ ਵਾਰ ਆਪਣੇ ਪਾਰਟਨਰ ਦੇ ਮੂਹਰੇ ਜਿਹੜਾ ਉਹਨਾਂ ਨੂੰ ਸ਼ਰਮਿੰਦਗੀ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ, ਜਾਂ ਉਹਨਾਂ ਨੂੰ ਸ਼ਰਮਿੰਦਗੀ ਹੋਣ ਦਾ ਡਰ ਬਣਿਆ ਰਹਿੰਦਾ ਹੈ। ਤਾਂ ਉਹਨਾਂ ਦਾ ਕਹਿਣਾ ਹੈ ਕਿ ਇਹ ਕੋਈ ਬਹੁਤੀ ਜ਼ਿਆਦਾ ਵੱਡੀ ਟੈਨਸ਼ਨ ਵਾਲੀ ਗੱਲ ਨਹੀਂ ਹੈ। 2-3 ਮਹੀਨੇ ਦੇ ਵਿੱਚ ਉਹਨਾਂ ਕੋਲ ਨੁਸਖਾ ਅਜਿਹਾ ਹੈ ਜਿਸ ਨੂੰ ਜੇਕਰ ਉਹ ਅਪਲਾਈ ਕਰਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ, ਤਾਂ ਉਹ ਉਸ ਦਾ ਬਹੁਤ ਵੱਡਾ ਬੈਨੀਫਿਟ ਹੈ ਜਿਹੜਾ ਉਹ ਚੁੱਕ ਸਕਦੇ ਨੇ, ਅਤੇ ਆਪਣੀ ਜ਼ਿੰਦਗੀ ਨੂੰ ਆਮ ਅਤੇ ਰੂਟੀਨ ਵਾਲੀ ਜ਼ਿੰਦਗੀ ਦੇ ਵਿੱਚ ਤਬਦੀਲ ਕਰ ਸਕਦੇ ਨੇ। ਉਮੀਦ ਕਰਦੇ ਹਾਂ ਇਹ ਗੱਲਬਾਤ ਤੁਹਾਨੂੰ ਹੋਰਨਾਂ ਗੱਲਬਾਤਾਂ ਦੀ ਤਰ੍ਹਾਂ ਪਸੰਦ ਆਈ ਹੋਏਗੀ। ਫਿਰ ਵੀ ਤੁਹਾਡੇ ਮਨ ਦੇ ਵਿੱਚ ਇਹ ਵੀਡੀਓ ਦੇਖਣ ਤੋਂ ਬਾਅਦ ਕੋਈ ਸਵਾਲ, ਕੋਈ ਸ਼ੰਕਾ
ਪੈਦਾ ਹੁੰਦਾ ਹੈ ਤਾਂ ਤੁਸੀਂ ਨੀਚੇ ਸਕਰੋਲ ਦੇ ਵਿੱਚ ਨੰਬਰ ਵੈਦ ਹਰਸ਼ਵੀਰ ਉਹਨਾਂ ਦਾ ਚੱਲ ਰਿਹਾ ਹੈ। ਇਹ ਖੁਦ ਸਾਰੇ ਫੋਨ ਜਿੰਨੇ ਵੀ ਫੋਨ ਨੇ ਖੁਦ ਆਪ ਅਟੈਂਡ ਕਰਦੇ ਨੇ ਔਰ ਪ੍ਰਾਈਵੇਸੀ ਦਾ ਤੁਹਾਨੂੰ ਜਿਹੜਾ ਇਹ ਭਰੋਸਾ ਦਿੰਦੇ ਨੇ। ਸੋ ਉਮੀਦ ਕਰਦੇ ਹਾਂ ਕਿ ਤੁਸੀਂ ਆਪਣੀਆਂ ਕੋਈ ਸਮੱਸਿਆਵਾਂ ਜੇਕਰ ਰੱਬ ਨਾ ਕਰੇ ਤੁਹਾਨੂੰ ਆਉਣ ਵਾਲੀ ਲਾਈਫ ਦੇ ਵਿੱਚ ਆਉਂਦੀ ਹੈ ਜਾਂ ਕਿਸੇ ਰਿਸ਼ਤੇਦਾਰ ਸਾਕ ਸੰਬੰਧੀ ਨੂੰ ਚੱਲ ਰਹੀ ਹੈ ਜਾਂ ਕਿਸੇ ਵੱਡੇ ਛੋਟੇ ਦੀ ਤੁਹਾਡੀ ਨਜ਼ਰ ਦੇ ਵਿੱਚ ਹੈ ਤਾਂ ਤੁਸੀਂ ਵੈਦ ਹਰਸ਼ਵੀਰ ਸਿੰਘ ਹੋਰਾਂ ਨਾਲ ਕੰਸਲਟ ਕਰਕੇ ਉਸ ਨੂੰ ਦੂਰ ਕਰਵਾ ਸਕਦੇ ਹੋ। ਫਿਲਹਾਲ ਮੈਨੂੰ ਇਹ ਗੱਲਬਾਤ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ।